ਨਾਨਕ ਹੋਸੀ ਭੀ ਸਚ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸ ਕੀ ਗਤ ਇਹੀ ਮੁਖ ਉਚਰ ਹੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੁ ਸੁਣੈ ਜੋ ਕਾਲ ਕਿਰਪਾ ਕਰਾਏ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੁਮ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲਾਨੀ ਬੇਸੁਮਾਰ ਅਥਾਹ ਅਗਨਤ ਅਤੁਲ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ ਬੇਸੁਮਾਰ ਅਥਾਹ ਅਗਨਤ ਅਤੁਲ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹਲਾ ਪਹਿਲਾ। ਵਾਜਾ ਮਤ ਪਖਾਵਚ ਭਾਓ ਹੋਏ ਆਨੰਦ ਸਦਾ ਮਨ ਚਾਓ ਏਹਾ ਭਗਤ ਇਹੋ ਤਪ ਤਾਓ ਇਤ ਰੰਗ ਨਾਚਹੁ ਰਖ ਰਖ ਪਾਓ ਵਾਜਾ ਮਤ ਪਖਾਵਚ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ
ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਜਿਨ੍ਹਾਂ ਗੁਰੂ ਕਲਗੀਧਰ ਪਿਤਾ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨਾਂ ਦੇ ਦਰਸ਼ਨਾਂ ਵਾਸਤੇ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਆਏ ਹਾਂ। ਜਿਨ੍ਹਾਂ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਲੰਗਰ ਸਾਹਿਬ ਬਾਬਾ ਨਿਧਾਨ ਸਿੰਘ ਜੀ ਪਾਵਨ ਅਸਥਾਨ ਤੇ ਹਾਜ਼ਰੀਆਂ ਭਰ ਰਹੇ ਹਾਂ। ਤਿੰਨਾਂ ਗੁਰੂ ਕਲਗੀਧਰ ਪਿਤਾ ਤੇਗ ਔਰ ਕਲਮ ਦੇ ਧਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੱਲ ਨੂੰ ਸਾਧ ਸੰਗਤ ਜੀ ਆਗਮਨ ਪੁਰਬ ਆ ਰਿਹਾ ਹੈ। ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸਭ ਥਾਵਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਆਗਮਨ ਪੁਰਬ ਨੂੰ ਬੜੇ ਹੀ ਉਤਸ਼ਾਹ ਤੇ ਚਾਵਾਂ ਦੇ ਨਾਲ ਸ਼ਰਧਾ ਭਾਵਨਾ ਦੇ ਸਹਿਤ ਮਨਾ ਰਹੀਆਂ ਹਨ। ਵਿਸ਼ੇਸ਼ ਕਰਕੇ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਜਿੱਥੇ ਹਜ਼ੂਰ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ ਹੈ, ਵਿਸ਼ੇਸ਼ ਕਰਕੇ ਸਾਧ ਸੰਗਤ ਜੀ ਉਸ ਪਾਵਨ ਅਸਥਾਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਮਨਾਇਆ ਜਾ ਰਿਹਾ ਹੈ। ਹੋਰ ਵੀ ਜਿਸ ਥਾਵਾਂ ਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਹਨ, ਗੁਰੂ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਸਭ ਥਾਵਾਂ ਤੇ ਬੜੇ ਪਿਆਰ ਤੇ ਉਤਸ਼ਾਹ ਦੇ ਨਾਲ ਸਤਿਗੁਰੂ ਜੀ ਦਾ ਪਾਵਨ ਆਗਮਨ ਪੁਰਬ ਮਨਾ ਰਹੀਆਂ ਨੇ। ਇਸ ਪਾਵਨ ਅਸਥਾਨ ਤੇ ਵੀ ਕੱਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਵੀ ਪੈਣੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਆਗਮਨ ਪੁਰਬ ਦਿਹਾੜੇ ਨੂੰ ਸਮਰਪਿਤ ਸੰਖੇਪ ਰੂਪ ਦੇ ਵਿੱਚ ਵਿਚਾਰ ਕਰਕੇ ਫਿਰ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜਾਂਗੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਰਥਾਏ ਕਵੀ ਜਾਨਾਂ ਨੇ ਬੜੇ ਸੋਹਣੇ ਢੰਗ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਕਥਨ ਕੀਤੀ ਹੈ। ਜਿਹੋ ਜਿਹੀ ਕਿਸੇ ਨੂੰ ਪ੍ਰਮਾਤਮਾ ਨੇ ਸੋਝੀ ਬਖਸ਼ੀ ਹੈ, ਭਾਵੇਂ ਕਿਸੇ ਵੀ ਮਜ਼ਹਬ ਦੇ ਵਿੱਚ ਕਿਸੇ ਵੀ ਯਾਰ ਦੇ ਵੀ ਸਾਧ ਸੰਗਤ ਜੀ ਕਿਸੇ ਦਾ ਜਨਮ ਹੋਇਆ, ਪਰ ਹਰ ਇੱਕ ਨੇ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਗਾਇਆ ਹੈ। ਜਿਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਰਥਾਏ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਹੈ, ਜ਼ਾਹਰ ਪੀਰ ਜਗਤ ਗੁਰ ਬਾਬਾ, ਕਿ ਸਭ ਦੇ ਸਾਂਝੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਗਤ ਦੇ ਅੰਦਰ ਪ੍ਰਗਟ ਹੋਏ ਨੇ। ਤਿਵੇਂ ਤਿਨਾਂ ਦੇ ਜਾਗਦੀ ਹੋ ਜੋਤ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਦਾ ਵੀ ਹਰ ਕੋਈ ਸੰਸਾਰ ਭਰ ਦੇ ਅੰਦਰ ਜਸ ਗਾਉਂਦਾ ਹੈ। ਸਾਧ ਸੰਗਤ ਜੀ, ਭਾਵੇਂ ਕੋਈ ਹਿੰਦੂ ਮਤ ਵਾਲੇ ਵੀਰ ਹੈ, ਚਾਹੇ ਇਸਲਾਮ ਦੇ ਵਿੱਚ ਹਨ, ਕਿਸੇ ਵੀ ਮਜ਼ਹਬ ਦਾ ਹੈ, ਕਿਸੇ ਵੀ ਜਾਤੀ ਦਾ ਹੈ, ਉਸ ਨੂੰ ਆਖਰਕਾਰ ਕਹਿਣਾ ਪੈਂਦਾ ਹੈ ਕਿ ਗੁਰੂ ਕਲਗੀਧਰ ਪਿਤਾ ਮਹਾਰਾਜ ਬਾਜਾਂ ਵਾਲੇ ਸਤਿਗੁਰੂ ਜੀ, ਆਪ ਜੈਸਾ ਨਾ ਕੋਈ ਹੋਇਆ ਤੇ ਨਾ ਜੱਗ ਵਿੱਚ ਹੋ ਸਕੇਗਾ। ਜਿਨ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਅਵਤਾਰ ਧਾਰਨ ਕਰਕੇ
ਛੋਟੀ ਆਰਬਲਾ ਦੇ ਵਿੱਚ ਬੇਅੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੋਜ ਵਰਤਾ ਕੇ ਫਿਰ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਆਵਣਾ ਕੀਤਾ ਹੈ। ਔਰ ਪਿਤਾ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਦਾ ਬਲੀਦਾਨ ਦੇਣ ਦੇ ਵਾਸਤੇ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਮਹਾਰਾਜ ਸਾਹਿਬ ਜੀ ਨੇ ਦਿੱਲੀ ਵੱਲ ਆਪ ਤੋਰਿਆ, ਬੇਨਤੀ ਕਰਕੇ, ਹੈ ਮਹਾਰਾਜ, ਆਪ ਜੈਸਾ ਪੂਰਨ ਪੁਰਖ ਕੌਣ ਹੈ ਜੋ ਸੰਸਾਰ ਦੇ ਵਿੱਚ ਹੋਰ ਹੋ ਸਕਦਾ? ਕੋਈ ਨਹੀਂ ਸੰਸਾਰ ਦੇ ਅੰਦਰ ਐਸਾ ਪੁਰਖ। ਆਪ ਮਹਾਰਾਜ ਆਪਣੇ ਸੀਸ ਦਾ ਬਲੀਦਾਨ ਦੇ ਕਰਕੇ हे ਗਰੀਬ ਨਵਾਜ, ਤਿਲਕ ਤੇ ਜੰਜੂ ਨੂੰ ਆਪ ਮਹਾਰਾਜ ਕਿਰਪਾ ਕਰਕੇ ਬਚਾ ਲੈਣਾ ਕਰੋ। ਐਸੇ ਗਰੀਬ ਨਵਾਜ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ, ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੇਅੰਤ ਚੋਜ ਵਰਤਾਏ ਨੇ। ਖਾਲਸੇ ਦੀ ਸਿਰਜਣਾ ਵੀ ਇੱਥੇ ਹੀ ਮਹਾਰਾਜ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤੀ ਹੈ। ਔਰ ਐਸੇ ਸਾਧ ਸੰਗਤ ਜੀ ਕਲਮ ਤੇ ਤੇਗ ਦੇ ਧਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਹਨ। ਪਾਉਂਟਾ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਮਹਾਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੀ ਬਹੁਤਾਤ ਵਿੱਚ ਬਾਣੀ ਪਾਉਂਟਾ ਸਾਹਿਬ ਦੀ ਧਰਤੀ ਤੇ ਉਚਾਰਨ ਕੀਤੀ ਹੈ। ਫਿਰ ਵਿਭੌਰ ਸਾਹਿਬ ਪਾਵਨ ਅਸਥਾਨ ਬਣਿਆ ਹੋਇਆ ਜਿੱਥੇ ਚੌਪਈ ਸਾਹਿਬ ਉਚਾਰਨ ਕੀਤਾ ਹੈ, ਸਤਲੁਜ ਦਰਿਆ ਦੇ ਐਨ ਕਿਨਾਰੇ ਤੇ। ਤੇਗ ਔਰ ਕਲਮ ਦੇ ਧਨੀ ਕਿਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿਹਾ ਜਾਂਦਾ ਹੈ? ਕਿਉਂਕਿ ਸਾਧ ਸੰਗਤ ਜੀ, ਨਾ ਤਾਂ ਮੈਦਾਨੇ ਜੰਗ ਦੇ ਅੰਦਰ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਦੀ ਤੇਗ ਦੇ ਸਾਹਮਣੇ ਕੋਈ ਹੋ ਕਰਕੇ ਡਟ ਕੇ ਮੁਕਾਬਲਾ ਕਰ ਸਕਿਆ, ਨਾ ਸਾਧ ਸੰਗਤ ਜੀ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਜੈਸੀ ਕੋਈ ਕਲਮ ਚਲਾ ਸਕਿਆ ਹੈ। ਭਾਵੇਂ ਇਤਿਹਾਸ ਅੰਦਰ ਜਿਵੇਂ ਜੇਕਰ ਆਉਂਦਾ ਹੈ ਕਿ ਗਰੀਬ ਨਵਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਦੀ ਕੁੱਲ ਆਰਬਲਾ ਸਾਧ ਸੰਗਤ ਜੀ 41 ਸਾਲ 9 ਮਹੀਨੇ ਤੇ 28 ਦਿਨ ਦੀ ਹੈ। ਬਹੁਤ ਲੰਬੀ ਆਰਬਲਾ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਪਰ ਫਿਰ ਵੀ ਸਾਧ ਸੰਗਤ ਜੀ ਐਸਾ ਮਹਾਨ ਵਿਸ਼ਾਲ ਤੇ ਪਰਮ ਇਤਿਹਾਸ ਸੰਸਾਰ ਦੇ ਅੰਦਰ ਰਚ ਦਿੱਤਾ ਹੈ। ਇਹ ਧਰਤੀ ਦੇ ਛਾਤੀ ਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖ ਦਿੱਤਾ ਹੈ ਕਿ ਜਿਨ੍ਹਾਂ ਜੈਸਾ ਕੋਈ ਨਾ ਐਸਾ ਵਿਸ਼ਾਲ ਇਤਿਹਾਸ ਔਰ ਵਿਲੱਖਣ ਇਤਿਹਾਸ ਬਣਾ ਸਕਿਆ, ਨਾ ਆਉਣ ਵਾਲੇ ਸਮੇਂ ਵਿੱਚ ਕੋਈ ਬਣਾ ਸਕੇਗਾ। ਭਾਵੇਂ ਬਹੁਤ ਸਾਰੇ ਮਹਾਨ ਸੰਸਾਰ ਦੇ ਅੰਦਰ ਪੀਰ, ਪੈਗੰਬਰ, ਅਵਤਾਰ, ਔਲੀਏ ਸਭ ਸਤਿਕਾਰਯੋਗ ਨੇ, ਜਿੰਨੇ ਵੀ ਜਗਤ ਅੰਦਰ ਅਵਤਾਰ ਹੋਏ ਹੈ, ਪਰ ਹਰ ਇੱਕ ਨੂੰ ਕਹਿਣਾ ਪਵੇਗਾ, ਇਹ ਗੁਰੂ ਕਲਗੀਧਰ ਪਿਤਾ ਮਹਾਰਾਜ, ਆਪ ਜੈਸਾ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕੇਗਾ। ਜਿਨ੍ਹਾਂ ਨੇ ਧਰਮ ਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਰਬੰਸ ਕੁਰਬਾਨ ਕੀਤਾ ਹੈ, ਜਿਨ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਪਰਥਾਏ ਸਾਧ ਸੰਗਤ ਜੀ, ਜਿਵੇਂ ਕਵੀ ਜਨਾਂ ਨੇ ਬੜੇ ਸੋਹਣੇ ਢੰਗ ਦੇ ਨਾਲ ਜੋ ਕਾਵ ਰੂਪ ਦੇ ਵਿੱਚ ਮਹਾਰਾਜ ਸਾਹਿਬ ਜੀ ਦੀ ਮਹਿਮਾ ਕਥਨ ਕੀਤੀ ਹੈ। ਕਹਿੰਦੇ ਹਨ, ਹੈ ਗੁਰੂ ਕਲਗੀਧਰ ਪਿਤਾ ਮਹਾਰਾਜ, ਜੇਕਰ ਆਪ ਜੀ ਦੀ ਜੋਤ ਸੰਸਾਰ ਦੇ ਅੰਦਰ ਨਾ ਆਈ ਹੁੰਦੀ ਤੇ ਮਹਾਰਾਜ ਸੰਸਾਰ ਦੇ ਹਾਲਾਤ ਕੁਝ ਹੋਰ ਹੀ ਹੋਣੇ ਸਨ। हे ਮਹਾਰਾਜ, ਨਾ ਤਾਂ ਇਹ ਮੰਦਰਾਂ ਦੇ ਵਿੱਚ ਟਲ ਖੜਕਣੇ ਸਨ, ਨਾ ਵੇਦਾਂ ਦਾ ਕਿਸੇ ਨੇ ਪਾਠ ਕਰਨਾ ਸੀ, ਨਾ ਕਿਸੇ ਨੇ ਧਾਰਮਿਕ ਹੋਰ ਕਿਸੇ ਗ੍ਰੰਥਾਂ ਨੂੰ ਪੜ੍ਹਨਾ ਸੀ। ਸਾਰੇ ਪਾਸੇ ਜਾ ਅਲੀ ਦੇ ਨਾਰੇ ਹੀ ਲੱਗਣੇ ਸਨ। हे ਮਹਾਰਾਜ, हे ਗਰੀਬ ਨਵਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਇਹ ਆਪ ਜੀ ਦੀ ਮਿਹਰ ਹੋਈ ਹੈ, ਆਪ ਜੀ ਦੀ ਬਖਸ਼ਿਸ਼ ਹੈ। हे ਤੇਗ ਤੇ ਮਹਾਰਾਜ ਕਲਮ ਦੇ ਧਨੀ ਦਾਤਾ ਸਤਿਗੁਰੂ, ਆਪ ਜੀ ਦੀ ਬਖਸ਼ਿਸ਼ ਹੋਣ ਦੇ ਨਾਲ ਹੀ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੇ ਅੰਦਰ ਪਖੰਡ ਪਾਦ ਜ਼ੁਲਮ ਰਾਜ ਦੀਆਂ ਜੜ੍ਹਾਂ ਪੁੱਟੀਆਂ ਗਈਆਂ ਨੇ। ਜੇ ਆਪ ਜੀ ਦੀ ਜੋਤ ਮਹਾਰਾਜ ਸੰਸਾਰ ਦੇ ਅੰਦਰ ਪ੍ਰਗਟ ਹੋਈ ਹੈ। ਔਰ ਜਿਵੇਂ ਸਾਧ ਸੰਗਤ ਜੀ ਜੇਕਰ ਆਵੰਦਾ ਕਹਿੰਦੇ ਹਨ, हे ਮਹਾਰਾਜ, ਇਹ ਜਿੰਨੇ ਵੀ ਸੰਸਾਰ ਭਰ ਦੇ ਜ਼ੁਲਮ ਹੈ, ਜ਼ਬਰ ਹੁੰਦੇ ਪਏ ਨੇ, ਇਹਨਾਂ ਦਾ ਸਫਾਇਆ ਨਹੀਂ ਸੀ ਹੋਣਾ ਜੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਸੰਸਾਰ ਦੇ ਅੰਦਰ ਅਵਤਾਰ ਨਾ ਧਾਰਨਾ ਕਰਦੇ। ਔਰ ਕਿਸੇ ਪਾਸੇ ਨਾ ਤਾਂ ਵੇਦਾਂ ਦਾ ਪਾਠ ਹੋਣਾ ਸੀ, ਮਹਾਰਾਜ ਸਾਰੇ ਪਾਸੇ ਸੰਸਾਰ ਦੇ ਅੰਦਰ ਜਾ ਅਲੀ ਦੇ ਨਾਰੇ ਹੀ ਲੱਗਣੇ ਸਨ। ਐਸੀ ਮਹਾਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ
ਗਰੀਬ ਨਿਵਾਜ ਸਤਿਗੁਰੂ ਜੀ ਦੀ ਸੱਚੀ ਤੇ ਪਰਮ ਵਡਿਆਈ ਹੈ। ਸਾਧ ਸੰਗਤ ਜੀ, ਬਹੁਤ ਸਾਰੇ ਕਵੀ ਜਾਨਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਦਾ ਜਸ ਗਾਇਆ ਹੈ। ਕੈਸਾ ਵਿਲੱਖਣ ਇਤਿਹਾਸ ਸਤਿਗੁਰੂ ਜੀ ਨੇ ਸੰਸਾਰ ਦੇ ਅੰਦਰ ਰਚਿਆ ਹੈ। ਕਿਉਂ ਹਰ ਇੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਾ ਹੈ? ਕਿਉਂਕਿ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਜਿਹੋ ਜਿਹੀ ਭਾਵਨਾ ਦੇ ਨਾਲ ਕੋਈ ਚੱਲ ਕਰਕੇ ਆਵੰਦਾ, ਉਦਾਂ ਦੀ ਭਾਵਨਾ ਨਾਲ ਮਹਾਰਾਜ ਸਾਹਿਬ ਜੀ ਉਸ ਨੂੰ ਮਿਲਦੇ ਹੈ। ਜੇਕਰ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਗੁਰੂ ਕਲਗੀਧਰ ਪਿਤਾ ਦਾਤਾ ਸਤਿਗੁਰੂ ਜੀ ਹਜੂਰ ਦੇ ਸ਼ਰਨ ਦੇ ਵਿੱਚ ਜੇ ਪਿਆਰ ਭਾਵਨਾ ਦੇ ਨਾਲ ਭੀਮ ਚੰਦ ਕਹਲੂਰੀਆ ਰਾਜਾ ਕਰਕੇ ਮਿਲਦਾ ਹੈ ਤੇ ਸਾਧ ਸੰਗਤ ਜੀ ਉਸ ਨੂੰ ਪਿਆਰ ਭਾਵਨਾ ਦੇ ਨਾਲ ਹੀ ਮਹਾਰਾਜ ਸਾਹਿਬ ਜੀ ਨੇ ਮਿਲਣਾ ਕੀਤਾ। ਜੇ ਮਨ ਦੇ ਵਿੱਚ ਸਾਧ ਸੰਗਤ ਈਰਖਾ ਤੇ ਹੰਕਾਰ ਦੇ ਨਸ਼ੇ ਵਿੱਚ ਆ ਕੇ ਸਤਿਗੁਰੂ ਜੀ ਨੂੰ ਮਿਲਦਾ ਹੈ, ਗਰੀਬ ਨਿਵਾਜ ਸਤਿਗੁਰਾਂ ਦੇ ਨਾਲ ਯੁੱਧ ਕਰਨ ਦੇ ਵਾਸਤੇ ਯੁੱਧ ਭਾਵਨਾ ਲੈ ਕੇ ਆਉਂਦਾ ਤੇ ਹਜੂਰ ਫਿਰ ਉਸੇ ਤਰ੍ਹਾਂ ਹੀ ਉਸ ਨੂੰ ਮਿਲਦੇ ਮੈਦਾਨੇ ਜੰਗ ਦੇ ਅੰਦਰ। ਕਿਉਂਕਿ ਜਿਹੜਾ ਭੰਗਾਣੀ ਦਾ ਯੁੱਧ ਹੋਇਆ ਨਾ, ਸਭ ਤੋਂ ਪਹਿਲੀ ਜੰਗ ਭੰਗਾਣੀ ਦੀ ਹੋਈ ਹੈ। 14 ਜੰਗਾਂ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੜੀਆਂ ਨੇ। 14 ਜੰਗਾਂ ਦੇ ਵਿੱਚ ਹੀ ਜਿੱਤ ਪ੍ਰਾਪਤ ਕੀਤੀ ਹੈ। ਐਸੀ ਕੋਈ ਵੀ ਜੰਗ ਨਹੀਂ ਹੋਈ ਜਿਸ ਵਿੱਚ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਹਾਰ ਹੋਈ ਹੋਵੇ। ਸਭ ਥਾਵਾਂ ਤੇ ਖਾਲਸੇ ਦੀ ਜਿੱਤ ਹੀ ਪ੍ਰਾਪਤ ਹੋਈ ਹੈ, ਹਰ ਮੈਦਾਨ ਫਤਿਹ ਹੀ ਪ੍ਰਾਪਤ ਹੋਈ ਹੈ। ਕਿਉਂਕਿ ਕੌਣ ਹੈ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੰਸਾਰ ਦੇ ਅੰਦਰ ਕਿਹੜੀ ਕੋਈ ਐਸੀ ਸ਼ਕਤੀ ਹੈ? ਕੋਈ ਨਹੀਂ ਹੈ ਜੋ ਮਹਾਰਾਜ ਸਾਹਿਬ ਜੀ ਨੂੰ ਮੈਦਾਨੇ ਜੰਗ ਦੇ ਅੰਦਰ ਵੀ ਹਰਾ ਸਕੇ, ਕਿਸੇ ਪੱਖੋਂ ਵੀ। ਤੇ ਸਾਧ ਸੰਗਤ ਜੀ, ਭੀਮ ਚੰਦ ਕਹਲੂਰੀਆ ਰਾਜਾ ਜਿਹਦੀ ਬਾਬਤ ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਜਦੋਂ ਪਹਿਲੀ ਵਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਰਣਜੀਤ ਨਗਾਰਾ ਤਿਆਰ ਕਰਵਾ ਕੇ ਨਗਾਰੇ ਤੇ ਚੋਬਾ ਮਾਰੀਆਂ, ਸਾਧ ਸੰਗਤ ਜੀ ਇੱਕ ਵਾਰ ਜਿਹੜੇ ਪਹਾੜ ਸਨ ਸਾਰੇ ਕੰਬ ਉੱਠੇ। ਇੰਨੀ ਗਰਜਵੀਂ ਆਵਾਜ਼ ਪ੍ਰਗਟ ਹੋਈ ਸੀ ਨਗਾਰੇ ਦੇ ਵਿੱਚੋਂ, ਪਹਾੜ ਤਾਂ ਕੰਬ ਹੀ ਉੱਠੇ। ਉਹਨਾਂ ਦੇ ਨਾਲ ਨਾਲ ਪਹਾੜੀ ਰਾਜਿਆਂ ਦੇ ਦਿਲ ਵੀ ਸਾਧ ਸੰਗਤ ਇੱਕ ਵਾਰ ਕੰਬ ਗਏ ਸੀ ਕਿ ਇੰਨੀ ਗਰਜਵੀਂ ਆਵਾਜ਼ ਦੇ ਵਿੱਚ ਨਗਾਰਾ ਕਿਸ ਨੇ ਮਾਰਿਆ ਸਾਡੀ ਰਿਆਸਤ ਦੇ ਪਾਸ। ਪਹਾੜੀ ਰਾਜੇ ਵੀ ਇੱਕ ਵਾਰ ਕੰਬ ਗਏ ਸਨ। ਤੇ ਜਦੋਂ ਭੀਮਰੰਦ ਰਾਜੇ ਨੂੰ ਪਤਾ ਲੱਗਾ, ਉਸ ਸਮੇਂ ਜੇਕਰ ਆਮਦਾ ਹੈ ਕਿ ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਸੇ ਦਿਨ ਤੋਂ ਹੀ ਸਾਧ ਸੰਗਤ ਜੀ ਗਿਣਤੀਆਂ ਮਿਣਤੀਆਂ ਵਿਚਾਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਕਿ ਕੋਈ ਐਸਾ ਵਿਧੀ ਵਿਧਾਨ ਬਣੇ, ਕਿਸੇ ਢੰਗ ਦੇ ਨਾਲ ਇਹਨਾਂ ਦੇ ਨਾਲ ਜੰਗ ਕੀਤਾ ਜਾਵੇ। ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਨਹੀਂ ਤਾਂ ਸਾਡੇ ਉੱਪਰ ਭਾਰੂ ਪੈ ਜਾਣਾ, ਇਹ ਤਾਂ ਆਕੀ ਹੋ ਕਰਕੇ ਬੈਠ ਜਾਣਗੇ। ਇਹਨਾਂ ਨੂੰ ਹੁਣੇ ਹੀ ਕੁਚਲਿਆ ਜਾਵੇ, ਆਪਣੇ ਅਧੀਨ ਕਰ ਲਿਆ ਜਾਵੇ ਤਾਂ ਚੰਗੀ ਗੱਲ ਹੈ। ਜੇ ਸਾਧ ਸੰਗਤ ਜੀ ਇਦਾਂ ਦੀ ਭਾਵਨਾ ਬਣਾਈ ਤੇ ਬਿਨਾਂ ਦੱਸੇ ਤੋਂ ਭਾਵੇਂ ਭੰਗਾਣੀ ਦੇ ਅੰਦਰ ਜੋ ਯੁੱਧ ਹੋਇਆ, ਬੜਾ ਘਮਾਸਾਨ ਦਾ ਯੁੱਧ ਹੋਇਆ, ਪਰ ਫਿਰ ਵੀ ਖਾਲਸੇ ਦੀ ਜਿੱਤ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਮੇਦਨੀ ਪ੍ਰਕਾਸ਼ ਰਾਜੇ ਦੇ ਬੇਨਤੀ ਕਰਨ ਤੇ ਸਤਿਗੁਰੂ ਜੀ ਗਏ ਸਨ ਹਜੂਰ ਨੂੰ। ਸਾਧ ਸੰਗਤ ਜੀ ਉੱਥੇ ਜੋ ਰਮਣੀਕ ਤੇ ਬੜੀ ਸੁੰਦਰ ਤੇ ਇਕਾਂਤ ਜਗ੍ਹਾ ਮਨ ਨੂੰ ਭਾਈ ਤੇ ਮਹਾਰਾਜ ਸਾਹਿਬ ਜੀ ਨੇ ਉੱਥੇ ਕਿਲਾ ਤਿਆਰ ਕਰਵਾਇਆ, ਜੋ ਪਾਉਂਟਾ ਸਾਹਿਬ ਅੱਜ ਵੀ ਪਾਵਨ ਮਹਾਰਾਜ ਸਾਹਿਬ ਜੀ ਦੀ ਯਾਦ ਦੇ ਅੰਦਰ ਸੋਹਣਾ ਸਥਾਨ ਬਣਿਆ ਹੋਇਆ ਹੈ। ਤੇ ਜੋ ਲੱਖਾਂ ਦੀ ਗਿਣਤੀ ਵਿੱਚ ਭੀਮ ਚੰਦ ਪਹਾੜੀਆ ਰਾਜਾ ਬਹੁ ਗਿਣਤੀ ਵਿੱਚ ਆਪਣੇ ਨਾਲ ਹੋਰ ਵੀ ਰਾਜਿਆਂ ਨੂੰ ਉਹਨਾਂ ਦੀ ਸੈਨਾ ਨੂੰ ਮਿਲਾ ਕਰਕੇ ਲਿਆਇਆ ਸੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੇ ਖਾਲਸੇ ਸਿੰਘਾਂ ਨੇ ਬੜੀ ਸੂਰਬੀਰਤਾ ਨਾਲ ਤਿੰਨਾਂ ਦਾ ਡਟ ਕੇ ਮੁਕਾਬਲਾ ਕੀਤਾ। ਇੱਥੇ ਵੀ ਸਾਧ ਸੰਗਤ ਜੀ ਖਾਲਸੇ ਨੇ ਪਹਾੜੀ ਰਾਜਿਆਂ ਦੇ ਦੰਦ ਖੱਟੇ ਕੀਤੇ ਸੀ। ਇਹ ਸਭ ਤੋਂ ਪਹਿਲੀ ਜੰਗ ਸੀ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਦੀ। ਅਜੇ ਖਾਲਸੇ ਦੀ ਸਿਰਜਣਾ ਨਹੀਂ ਸੀ ਕੀਤੀ ਮਹਾਰਾਜ ਸਾਹਿਬ ਜੀ ਨੇ ਉਸ ਸਮੇਂ। ਪਾਉਂਟਾ ਸਾਹਿਬ ਦੀ ਜੰਗ ਕਰਕੇ ਬਾਅਦ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਹੈ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ। ਔਰ ਹਜ਼ੂਰ ਦੀ ਅਖੀਰਲੀ ਜੰਗ ਸਾਧ ਸੰਗਤ ਜੀ ਮੁਕਤਸਰ ਸਾਹਿਬ ਜੀ ਦੀ ਜੰਗ ਹੈ। ਇਸ ਪ੍ਰਕਾਰ ਇੱਥੇ ਵੀ ਵਜ਼ੀਦ ਖਾਨ ਦੇ ਮੂੰਹ ਦੀ ਖਾਕ ਕਰਕੇ ਪਿੱਛੇ ਭੱਜਣਾ ਪਿਆ ਸੀ।
ਮਹਾਰਾਜ ਸਾਹਿਬ ਜੀ ਨੂੰ ਛਪ ਛਪ ਕਰਦਾ ਹੋਇਆ ਲੱਭਦਾ ਆ ਰਿਹਾ ਸੀ ਕਿ ਮੈਂ ਬੜਾ ਭਾਰੀ ਤੇ ਵੱਡਾ ਇਨਾਮ ਪ੍ਰਾਪਤ ਕਰਾਂਗਾ ਬਾਦਸ਼ਾਹ ਦੇ ਕੋਲੋਂ। ਔਰੰਗਜ਼ੇਬ ਮੈਨੂੰ ਵੱਡਾ ਇਨਾਮ ਦੇਵੇਗਾ, ਜਿਉਂਦਾ ਜਾਂ ਮੁਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਜੇਕਰ ਪੇਸ਼ ਕਰ ਦੇਵਾਂਗਾ। ਪਰ ਇਹਦੀ ਮਨ ਦੇ ਅੰਦਰ ਮਨ ਦੇ ਵਿੱਚ ਹੀ ਰਹਿ ਗਈ ਸੀਗੀ। ਬਹੁਤੇ ਯਤਨ ਕਰਨ ਦੇ ਬਾਵਜੂਦ ਵੀ ਪੂਰੀ ਨਹੀਂ ਸੀ ਕਰ ਸਕਿਆ। ਖਿਦਰਾਣੇ ਦੀ ਢਾਬ ਤੇ ਮਹਾਰਾਜ ਸਾਹਿਬ ਜੀ ਨੇ ਉੱਚੀ ਟਿੱਬੀ ਤੇ ਗਰੀਬ ਨਵਾਜ ਸਤਿਗੁਰੂ ਜੀ ਨੇ ਆਪਣਾ ਜੋ ਦੁਸ਼ਮਣਾਂ ਦੇ ਨਾਲ ਜੰਗ ਕਰਨ ਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਟਿਕਾਓ ਕੀਤਾ ਸੀ। ਬਹੁ ਗਿਣਤੀ ਵੀ ਜਦੋਂ ਦੁਸ਼ਮਣਾਂ ਦਾ ਝੁੰਡ ਚੜ੍ਹ ਕਰਕੇ ਆਉਂਦਾ, ਹਜੂਰ ਧਨਕ ਦੇ ਚਿੱਲੇ ਵਿੱਚ ਤੀਰ ਜੋੜ ਜੋੜ ਕਰਕੇ ਦੁਸ਼ਮਣਾਂ ਵੱਲ ਛੱਡਦੇ ਰਹੇ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਖੀਰਲੀ ਜੰਗ ਮੁਕਤਸਰ ਸਾਹਿਬ ਜੀ ਦੀ ਜੰਗ ਕੀਤੀ ਹੈ। ਫਿਰ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਹਜੂਰ ਨੇ ਕਮਰ ਕੱਸਾ ਖੋਲ੍ਹਿਆ ਸੀ। ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕਰਕੇ ਮਹਾਰਾਜ ਸਾਹਿਬ ਜੀ ਨੇ ਸ਼੍ਰੀ ਕੰਠ ਤੋਂ ਗੁਰਬਾਣੀ ਉਚਾਰਨ ਕਰਕੇ ਜੋ ਮਹਾਰਾਜ ਸਾਹਿਬ ਜੀ ਨੇ ਹੁਕਮ ਕੀਤਾ ਸੀ, ਭਾਈ ਮਨੀ ਸਿੰਘ ਸਾਹਿਬ ਜੀ ਨੇ ਹੁਕਮ ਕਰਕੇ ਗੁਰਬਾਣੀ ਲਿਖਾਵਣਾ ਕੀਤੀ। ਔਰ ਨਾਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਇੱਥੇ ਹੀ ਮਹਾਰਾਜ ਸਾਹਿਬ ਜੀ ਨੇ ਸਰੂਪ ਦੇ ਵਿੱਚ ਦਰਜ ਕੀਤੀ ਸੀ। ਸਾਧ ਸੰਗਤ ਜੀ, ਫਿਰ ਇੱਥੇ ਨਾਂਦੇੜ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਗਰੀਬ ਨਵਾਜ ਸਤਿਗੁਰੂ ਜੀ ਨੇ ਬੇਅੰਤ ਚੋਜ ਵਰਤਾਵਣਾ ਕੀਤੇ ਹੈ। ਕੇਵਲ ਇਉਂ ਕਹਿ ਲਈਏ ਕਿ 41-42 ਸਾਲ ਵੀ ਪੂਰੇ ਨਹੀਂ ਬਣਦੇ ਮਹਾਰਾਜ ਸਾਹਿਬ ਜੀ ਦੀ ਆਰਬਲਾ ਦੇ, ਤੇ ਇੰਨਾ ਮਹਾਨ ਤੇ ਵਿਲੱਖਣ ਵਿਸ਼ਾਲ ਇਤਿਹਾਸ ਸੰਸਾਰ ਦੇ ਅੰਦਰ ਰਚਿਆ। ਮਹਾਰਾਜ ਸੱਚੇ ਪਾਤਸ਼ਾਹ ਜੈਸਾ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕੇਗਾ। ਫਿਰ ਕਹਿਣਾ ਹੀ ਪਵੇਗਾ ਨਾ, ਇਹ ਬਾਜਾਂ ਵਾਲੇ ਸਤਿਗੁਰੂ, ਨਾ ਆਪ ਜੈਸਾ ਕੋਈ ਹੋਇਆ ਨਾ ਕੋਈ ਹੋ ਸਕੇਗਾ। ਹੇ ਓ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਗਰੀਬ ਨਵਾਜ ਸਤਿਗੁਰੂ ਜੀ ਦਾ ਸਾਧ ਸੰਗਤ ਜੀ, ਕੱਲ ਨੂੰ ਪਾਵਨ ਆਗਮਨ ਪੁਰਬ ਹੈ, ਜੋ ਕੱਲ ਦੇ ਦੀਵਾਨਾਂ ਵਿੱਚ ਮਹਾਰਾਜ ਸਾਹਿਬ ਜੀ ਦੇ ਅਵਤਾਰ ਧਾਰਨ ਦੀ ਕਥਾ, ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਆਪਣੀ ਕਲਮ ਦੇ ਨਾਲ ਵਿਚਿੱਤਰ ਨਾਟਕ ਪਾਵਨ ਬਾਣੀ ਦੇ ਅੰਦਰ ਲਿਖੀ ਹੈ। ਮਹਾਰਾਜ ਸਾਹਿਬ ਜੀ ਦੇ ਪਾਵਨ ਆਗਮਨ ਪੁਰਬ ਦੀ ਕਥਾ ਕੱਲ ਦੇ ਦੀਵਾਨਾਂ ਵਿੱਚ ਅਸੀਂ ਵਿਚਾਰਾਂਗੇ। ਜਿਵੇਂ ਬੇਅੰਤ ਮਹਾਰਾਜ ਸਾਹਿਬ ਜੀ ਨੇ ਚੋਜ ਵਰਤਾਈ ਹੈ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ। ਭਾਵੇਂ ਛੋਟੀ ਜੀ ਆਰਬਲ ਹੈ, ਪਰ ਸਾਧ ਸੰਗਤ ਜੀ ਜੇ ਭਾਵਨਾ ਸ਼ਰਧਾ ਦੇ ਨਾਲ ਕੋਈ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਇਆ, ਜਿੱਦਾਂ ਦੀ ਭਾਵਨਾ ਬਣਾਈ ਮਹਾਰਾਜ ਸਾਹਿਬ ਜੀ ਨੇ ਛੋਟੀ ਆਰਬਲਾ ਦੇ ਵਿੱਚ ਹੀ ਉਸੇ ਤਰ੍ਹਾਂ ਉਹਨਾਂ ਨੂੰ ਬਖਸ਼ਿਸ਼ਾਂ ਕੀਤੀਆਂ ਨੇ। ਜੇ ਸ਼ਿਵਦੱਤ ਬ੍ਰਾਹਮਣ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੂੰ ਯਾਦ ਕਰਦਾ ਹੈ, ਜ਼ਿੰਦਗੀ ਦਾ ਵੱਡਾ ਪੱਖ ਲੰਘ ਗਿਆ ਸੀ ਸ਼੍ਰੀ ਰਾਮਚੰਦਰ ਜੀ ਨੂੰ ਯਾਦ ਕਰਦਿਆਂ ਹੋਇਆ, ਜੋ ਤ੍ਰੇਤੇ ਯੁੱਗ ਦੇ ਅਵਤਾਰ ਸ਼੍ਰੀ ਰਾਮਚੰਦਰ ਜੀ ਦਾ ਉਪਾਸ਼ਕ ਸੀਗਾ। ਪਰ ਸਾਧ ਸੰਗਤ ਜੀ ਅਜੇ ਤੱਕ ਦਰਸ਼ਨ ਨਹੀਂ ਸਨ ਹੋਏ। ਪਰ ਜਦੋਂ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਦੀਆਂ ਇਹ ਬਹੁਤ ਸਾਰੇ ਚੋਜ ਕੌਤਕ ਲੋਕਾਂ ਦੇ ਕੋਲੋਂ ਆਪਣੇ ਕੰਨਾਂ ਦੇ ਨਾਲ ਸੁਣਦਾ, ਤੇ ਮਨ ਵਿੱਚ ਕਦੇ ਕਦੇ ਖਿਆਲ ਆਉਂਦਾ ਕਿ ਹੋ ਸਕਦਾ ਇਹੋ ਸ਼੍ਰੀ ਰਾਮਚੰਦਰ ਜੀ ਸੰਸਾਰ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਦੇ ਵਿੱਚ ਪ੍ਰਗਟ ਨਾ ਹੋਏ ਹੋਣ। ਜੇ ਸੱਚ ਹੀ ਚਮਤਕਾਰੀ ਬਾਲਕ ਹੈ ਤੇ ਮੈਨੂੰ ਸ਼੍ਰੀ ਰਾਮਚੰਦਰ ਜੀ ਦੇ ਰੂਪ ਦੇ ਵਿੱਚ ਦਰਸ਼ਨ ਬਖਸ਼ਿਸ਼ ਕਰ ਦੇਣ। ਤੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਮਨ ਦੀ ਭਾਵਨਾ ਪੂਰੀ ਕਰਨ ਦੇ ਲਈ ਆਪਣੇ ਹਾਣੀਆਂ ਛੋਟੇ ਬੱਚਿਆਂ ਦੇ ਨਾਲ ਖੇਡਦੇ ਹੋਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਜੂਰ ਨੇ ਆ ਕਰਕੇ ਸ਼ਿਵਦੱਤ ਪੰਡਿਤ ਨੂੰ ਮਹਾਰਾਜ ਸਾਹਿਬ ਜੀ ਨੇ ਦੀਦਾਰ ਬਖਸ਼ਿਸ਼ ਕੀਤੇ ਸਨ। ਪਹਿਲਾਂ ਸ਼੍ਰੀ ਰਾਮਚੰਦਰ ਜੀ ਦੇ ਰੂਪ ਦੇ ਵਿੱਚ ਇਹ ਦੀਦਾਰ ਦਿੱਤੇ, ਫਿਰ ਮਹਾਰਾਜ ਸਾਹਿਬ ਜੀ ਨੇ ਪ੍ਰਤੱਖ ਸਰੂਪ ਜੋ ਧਾਰਨ ਕੀਤਾ ਸੀ, ਫਿਰ ਉਪਦੇਸ਼ ਦੇ ਕਰਕੇ ਨਿਹਾਲ ਕੀਤਾ ਕਿ ਪੱਥਰ ਦੀ ਪੂਜਾ ਛੱਡ ਕੇ ਸ਼ਬਦ ਦੀ ਪੂਜਾ ਕਰੋ, ਪ੍ਰਮਾਤਮਾ ਅਕਾਲ ਪੁਰਖ ਜੀ ਨੂੰ ਯਾਦ ਕਰਿਆ ਕਰੋ। ਸੋ ਇਸ ਪ੍ਰਕਾਰ ਐਸੇ ਗੁਰੂ ਕਲਗੀਧਰ ਪਿਤਾ, ਪੀਰਾਂ ਦੇ ਪੀਰ, ਰਹਿਬਰਾਂ ਦੇ ਰਹਿਬਰ, ਬਾਦਸ਼ਾਹਾਂ ਕੇ ਬਾਦਸ਼ਾਹ, ਕਿੰਨੀ ਕੁ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿਫਤ ਕੀਤੀ ਜਾਵੇ, ਜਿੰਨੀ ਵੀ ਵੱਧ ਤੋਂ ਵੱਧ ਹੋਵੇ ਉਨੀ ਸਾਧ ਸੰਗਤ ਜੀ ਥੋੜੀ ਹੈ, ਤੁਛ ਹੈ। ਗਰੀਬ ਨਵਾਜ ਸਤਿਗੁਰੂ ਜੀ ਦਾ ਕੱਲ ਨੂੰ ਆਗਮਨ ਪੁਰਬ ਹੈ। ਸਾਧ ਸੰਗਤ ਜੀ ਕੱਲ ਦੇ ਦੀਵਾਨਾਂ ਵਿੱਚ ਅਸੀਂ ਵਿਚਾਰ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਕੇ ਸਮਤ ਬਖਸ਼ਿਸ਼ ਕਰਨ। ਆਓ ਹੁਣ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਮਹਾਰਾਜ ਸਾਹਿਬ ਜੀ ਦਾ
ਗੁਰੂ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧਿਆਨ ਧਾਰਨ ਕਰਕੇ ਪਿਆਰ ਦੇ ਨਾਲ ਰਸਨਾ ਤੋਂ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਵਾਜਾ ਮਤ ਪਖਾਵਚ ਭਾਉ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਜੂਰ ਜਿਸ ਸਮੇਂ ਸ੍ਰੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਆਏ ਨੇ, ਗਰੀਬ ਨਵਾਜ ਸਤਿਗੁਰੂ ਜੀ ਬੈਠੇ ਹੋਏ ਨੇ। ਸਿੱਖਾਂ ਨੇ ਬੜੇ ਪਿਆਰ ਵਿੱਚ ਆ ਕੇ ਬੇਨਤੀ ਕੀਤੀ, ਹੇ ਮਹਾਰਾਜ, ਜਿਵੇਂ ਸੰਸਾਰ ਦੇ ਅੰਦਰ ਮਹਾਰਾਜ ਜਗਤ ਦੇ ਲੋਕ ਰਾਸਾਂ ਪਾਵੰਦੇ ਐ, ਮਹਾਰਾਜ ਜਿਵੇਂ ਆਪ ਜੀ ਨੇ ਉਪਦੇਸ਼ ਦਿੱਤਾ ਕਿ ਸੰਸਾਰ ਦੇ ਅੰਦਰ ਇਦਾਂ ਦੀ ਝੂਠੀ ਰਾਸ ਪੈ ਰਹੀ ਹੈ, ਆਪ ਕਿਰਪਾ ਕਰਕੇ ਦੱਸੋ ਕਿ ਸੱਚੀ ਰਾਸ ਕਿਹੋ ਜਿਹੀ ਹੁੰਦੀ ਹੈ। ਪਹਿਲਾਂ ਜਿਵੇਂ ਕੱਲ ਦੇ ਦੀਵਾਨਾਂ ਵਿੱਚ ਵਿਚਾਰ ਆਈ ਸੀ, ਮਹਾਰਾਜ ਸਾਹਿਬ ਜੀ ਨੇ ਝੂਠੀ ਰਾਸ ਦੇ ਬਾਬਤ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਸੀ। ਔਰ ਕਲਯੁਗ ਦੇ ਭਿਆਨਕ ਸਮੇਂ ਦੇ ਮਹਾਰਾਜ ਸਾਹਿਬ ਜੀ ਨੇ ਦਰਸ਼ਨ ਕਥਨ ਕੀਤੇ ਸਨ ਕਿ ਕਿੱਦਾਂ ਦੇ ਹਾਲਾਤ ਬਣ ਚੁੱਕੇ ਇਸ ਸੰਸਾਰ ਦੇ ਅੰਦਰ। ਕਲਯੁਗ ਦਾ ਪ੍ਰਤਾਪ ਦਿਨ ਬਰ ਦਿਨ ਵੱਧਦਾ ਜਾ ਰਿਹਾ ਹੈ। ਔਰ ਇਹੋ ਹੀ ਹਜੂਰ ਹੁਣ ਸਿੱਖਾਂ ਦੇ ਬੇਨਤੀ ਕਰਨੇ ਦੀ ਸੱਚੀ ਰਾਸ ਗੁਰਮਤਿ ਦੁਆਰਾ ਕਥਨ ਕਰਕੇ ਉਪਦੇਸ਼ ਦੇ ਕਰਕੇ ਨਿਵਾਜ ਰਹੇ ਹੈ। ਪਿਆਰ ਦੇ ਨਾਲ ਸਰਵਣ ਕਰੀਏ। ਵਾਜਾ ਮਤ ਪਖਾਵਚ ਭਾਉ। ਸਤਿਗੁਰੂ ਜੀ ਕਹਿੰਦੇ ਜਿਹੜੀ ਆਤਮ ਵਿਛੈਣੀ ਬੁੱਧ ਪ੍ਰਾਪਤ ਕਰਨੀ ਹੈ, ਸ੍ਰੇਸ਼ਟ ਮਤ ਮਹਾਰਾਜ ਸਾਹਿਬ ਜੀ ਤੋਂ ਪ੍ਰਾਪਤ ਕਰਨੀ ਹੈ। ਗੁਰੂ ਸ਼ਬਦ ਦੁਆਰਾ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੁਆਰਾ ਜੋ ਜੀਵਨ ਵਿੱਚ ਧਾਰਨ ਕਰਨੀ ਹੈ, ਇਹ ਜਾਣੋ ਕਿ ਵਾਜਾ ਵੱਜ ਰਿਹਾ ਹੈ। ਵਾਜਾ ਵਜਾਉਣ ਦੀ ਤਰ੍ਹਾਂ ਹੈ। ਰਾਸ ਧਾਰੀਏ ਵਾਜੇ ਵਜਾਉਂਦੇ ਹੈ, ਫਿਰ ਤਾਲ ਤਬਲਾ ਆਦਿਕ ਢੋਲ, ਫਿਰ ਕਿੰਨੇ ਕਿੰਨੇ ਪੈਰਾਂ ਵਿੱਚ ਘੁੰਗਰੂ ਪਾਏ ਹੁੰਦੇ ਹੈ, ਉਹਨਾਂ ਦੀ ਸ਼ਣਕਾਰ ਕਰਦੇ ਨੇ, ਘੁੰਮਣ ਵਾਲੀਆਂ ਲੈਂਦੇ ਨੇ, ਘੁੰਮ ਫੇਰੀਆਂ ਲੈਂਦੇ। ਇਸ ਪ੍ਰਕਾਰ ਇਹ ਮਹਾਰਾਜ ਸਾਹਿਬ ਜੀ ਨੇ ਬਾਹਜ ਭਾਵ ਵਿੱਚ ਰੂਪਕ ਅਲੰਕਾਰ ਲੈ ਕੇ ਅੰਤਰੀ ਭਾਵ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਗੁਰਮਤਿ ਦੀ ਰਾਸ ਦੀ ਬਾਬਤ ਉਪਦੇਸ਼ ਦਿੱਤਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਵਾਜਾ ਮਤ ਪਖਾਵਜ ਭਾਓ। ਇਹ ਜਾਣੋ ਕਿ ਵਾਜਾ ਵੱਜ ਰਿਹਾ ਹੈ, ਜਿਹੜੀ ਸ੍ਰੇਸ਼ਟ ਮਤ ਮਹਾਰਾਜ ਸਾਹਿਬ ਜੀ ਤੋਂ ਪ੍ਰਾਪਤ ਕਰਨੀ ਹੈ। ਹੇ ਗੁਰਸਿੱਖੋ, ਜੋ ਭਾਓ ਪ੍ਰੇਮ ਦੀ ਸਹਿਤ ਹੋ ਕੇ ਪ੍ਰਮਾਤਮਾ ਜੀ ਦਾ ਜਸ ਗਾਵਣਾ, ਚੰਗੀ ਮਤ ਪ੍ਰਾਪਤ ਕਰਕੇ ਫਿਰ ਹਿਰਦੇ ਅੰਦਰ ਪਿਆਰ ਹੋਣਾ ਵੀ ਬਹੁਤ ਜ਼ਰੂਰੀ ਹੈ। ਅਕਾਲ ਪੁਰਖ ਪ੍ਰਮਾਤਮਾ ਜੀ ਨੂੰ ਪਿਆਰ ਦੇ ਵਿੱਚ ਭੇਜ ਕਰਕੇ ਪਰਮੇਸ਼ਰ ਨੂੰ ਚੇਤੇ ਕਰਨਾ, ਵਾਹਿਗੁਰੂ ਜੀ ਦੇ ਉਪਕਾਰਾਂ ਨੂੰ ਬਾਰ-ਬਾਰ ਯਾਦ ਕਰਨਾ। ਇਹ ਜਾਣੋ ਕਿ ਪਖਾਵਜ ਇਹ ਜੋੜੀ ਭਾਵ ਕੇ ਤਬਲਾ ਵੱਜਦਾ ਪਿਆ, ਕਿਉਂਕਿ ਜੇ ਹਿਰਦੇ ਅੰਦਰ ਪਿਆਰ ਹੀ ਨਾ ਹੋਵੇ ਸਾਧ ਸੰਗਤ ਜੀ, ਫਿਰ ਹੰਕਾਰ ਦੀ ਬਦਬੂ ਆਉਣ ਲੱਗ ਪੈਂਦੀ ਹੈ। ਤੇ ਪਿਆਰ ਉੱਥੇ ਹੀ ਪੈਦਾ ਹੁੰਦਾ ਜਿੱਥੇ ਨਿਮਰਤਾ ਹੋਵੇ। ਨਿਮਰਤਾ ਤੋਂ ਬਿਨਾਂ ਸਾਧ ਸੰਗਤ ਜੀ ਹਿਰਦੇ ਅੰਦਰ ਸੱਚਾ ਪ੍ਰੇਮ ਹੀ ਪ੍ਰਮਾਤਮਾ ਦਾ ਪ੍ਰਗਟ ਨਹੀਂ ਹੁੰਦਾ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਹੈ ਗੁਰਸਿੱਖੋ, ਇਹੋ ਜਾਣੋ ਕਿ ਪਖਾਵਜ ਭਾਓ ਪ੍ਰੇਮ ਰੂਪੀ ਤਬਲਾ ਵੱਜ ਰਿਹਾ ਹੈ, ਜੋ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਨੂੰ ਯਾਦ ਕਰਨਾ ਹੈ। ਹੋਏ ਆਨੰਦ ਸਦਾ ਮਨ ਚਾਓ। ਤੇ ਜਿਹੜਾ ਹਿਰਦੇ ਅੰਦਰ ਸਦਾ ਉਤਸ਼ਾਹ ਬਣਿਆ ਰਹਿਣਾ। ਫਿਰ ਕਹਿੰਦੇ ਮਹਾਰਾਜ, ਲੋਕ ਦੇਖ ਕਰਕੇ ਬੜਾ ਖਿੜ ਖੜਾਉਂਦੇ ਐ, ਉੱਚੀ ਉੱਚੀ ਹੱਸਦੇ ਐ, ਮਨ ਬੜੇ ਉਹਨਾਂ ਦੇ ਪ੍ਰਸੰਨ ਹੋ ਜਾਂਦੇ ਨੇ ਸੰਸਾਰ ਦੀਆਂ ਰਾਸਾਂ ਦੇਖ ਦੇਖ ਕਰਕੇ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਹੋਏ ਆਨੰਦ ਸਦਾ ਮਨ ਚਾਓ। ਜਿਹੜਾ ਹਿਰਦੇ ਅੰਦਰ ਸਦਾ ਉਤਸ਼ਾਹ ਬਣਿਆ ਰਹਿਣਾ ਕਿ ਹਰ ਸਮੇਂ ਪਰਮਾਤਮਾ ਦਾ ਸਿਮਰਨ ਕਰਦਾ ਰਹਾ, ਮੇਰਾ ਇੱਕ ਵੀ ਸਵਾਸ ਵਿਅਰਥ ਨਾ ਜਾਵੇ, ਕੋਈ ਵੀ ਮੇਰਾ ਸਵਾਸ ਖਾਲੀ ਨਾ ਜਾਵੇ ਨਾਮ ਜਪਣ ਤੋਂ ਬਿਨਾ। ਇਹ ਮਨ ਦੇ ਵਿੱਚ ਉਤਸ਼ਾਹ ਬਣਿਆ ਰਹਿਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਹੋ ਹੀ ਗੁਰਮੁਖਾਂ ਦਾ ਪਰਮ ਆਨੰਦ ਹੈ, ਇਹੋ ਹੀ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦਾ ਹਿਰਦੇ ਦਾ ਖਿੜਾਓ ਹੈ। ਮਨ ਦੇ ਅੰਦਰ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਪਿਆਰ ਦੇ ਨਾਲ ਧਿਆਨ ਧਾਰਨ ਕਰਨਾ, ਸ੍ਰੇਸ਼ਟ ਮਤ ਨੂੰ ਧਾਰਨ ਕਰਨਾ। ਇਸ ਪ੍ਰਕਾਰ ਜਾਣੋ ਕਿ ਗੁਰਮਤਿ ਦੀ ਰਾਸ ਗੁਰਮੁਖ ਪਿਆਰੇ ਇਸ ਢੰਗ ਦੇ ਨਾਲ ਧਾਰਨ ਕਰਕੇ
ਹਿਰਦੇ ਅੰਦਰ ਸਦਾ ਹੀ ਖੜਾਓ ਦੀ ਸਹਿਤ ਹੋ ਕਰਕੇ ਰਹਿੰਦੇ ਹਨ। ਏਹਾ ਭਗਤ ਇਹੋ ਤਪ ਤਾਓ। ਇਉਂ ਜਾਣੋ ਕਿ ਇਹੋ ਹੀ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਹੈ, ਜੋ ਲੋਕ ਪਰਲੋਕ ਸਵਾਰਨ ਵਾਲੀ ਹੈ, ਜੋ ਹਿਰਦੇ ਅੰਦਰ ਮਨ ਨੂੰ ਇਕਾਗਰ ਕਰਨ ਵਾਲੀ ਹੈ, ਹਿਰਦੇ ਅੰਦਰ ਸ਼ਾਂਤੀ ਪ੍ਰਦਾਨ ਕਰਨ ਵਾਲੀ ਹੈ। ਐਸੀ ਕਹਿੰਦੇ ਪ੍ਰਮਾਤਮਾ ਦੀ ਜੋ ਪ੍ਰੇਮਾ ਭਗਤੀ ਹੈ, ਇਹੋ ਤਪ ਤਾਓ। ਤੇ ਸਰੀਰ ਨੂੰ ਜਿਹੜਾ ਤਪਾਉਣਾ ਹੈ, ਤਪ ਆਦਿ ਕਰਨੇ ਆ। ਮਹਾਰਾਜ ਕਹਿੰਦੇ ਮਨ ਨੂੰ ਜਿਹੜਾ ਜੋ ਬ੍ਰਹਮ ਗਿਆਨ ਰੂਪੀ ਸ਼ਬਦ ਦੀ ਪ੍ਰਚੰਡ ਅਗਨੀ ਤੇ ਤਪਾ ਕਰਕੇ ਗੁਰੂ ਚਰਨਾਂ ਦੇ ਨਾਲ ਜੋੜਨਾ। ਮਹਾਰਾਜ ਕਹਿੰਦੇ ਮਨ ਨੂੰ ਸ਼ੁੱਧ ਕਰਨਾ। 12 ਵੰਡੀ ਦੇ ਸਤ ਸੰਗਤ ਜੀ ਸ਼ੁੱਧ ਸੋਨੇ ਦੀ ਤਰ੍ਹਾਂ। ਜਦੋਂ ਤੱਕ 12 ਵੰਡੀ ਦਾ ਜਿਹੜਾ ਸੋਨਾ ਸ਼ੁੱਧ ਨਹੀਂ ਨਾ ਹੋ ਜਾਂਦਾ, ਉਦੋਂ ਤੱਕ ਕੁਠਾਲ ਦੇ ਵਿੱਚ ਪਾਇਆ ਹੋਇਆ ਜਿਹੜਾ ਅਸ਼ੁੱਧ ਸੋਨਾ ਹੁੰਦਾ ਟਿਕਦਾ ਨਹੀਂ ਹੈ। ਅੱਗ ਦੇ ਉੱਪਰ ਤਪਾਉਂਦੇ ਤੇ ਬਾਰ-ਬਾਰ ਕਮਲਿਆਂ ਦੀ ਤਰ੍ਹਾਂ ਵਿੱਚ ਫੇਰੀਆਂ ਲਈ ਜਾਂਦਾ, ਭੁੜਕਦਾ ਹੈ। ਇਸੇ ਤਰ੍ਹਾਂ ਮਨ ਦੀ ਹਾਲਤ ਹੈ। ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਜਦੋਂ ਸ਼ਬਦ ਦੀ ਪ੍ਰਚੰਡ ਅਗਨੀ ਤੇ ਇਸ ਮਨ ਨੂੰ ਤਪਾਇਆ ਜਾਂਦਾ ਹੈ, ਇਹਦੀ ਜਿਹੜੀ ਅਸ਼ੁੱਧਤਾ ਭਾਵ ਕੇ ਪਾਪ ਕਰਮਾਂ ਦੀ ਮੈਲ ਹੈ, ਹੰਕਾਰ ਦੀ ਮੈਲ ਹੈ, ਫਿਰ ਨਿਖਿੱਧ ਕਰਮਾਂ ਦੀ ਜਿਹੜੀ ਪੂਰਬਲੇ ਜਨਮਾਂ ਦੀ ਲੱਗੀ ਹੋਈ ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਰੂਪੀ ਮੈਲ ਹੈ, ਮਹਾਰਾਜ ਕਹਿੰਦੇ ਉਹ ਲੱਥ ਦੀ ਸਹਿਜੇ ਸਹਿਜੇ ਲਹਿ ਜਾਂਦੀ ਹੈ। ਫਿਰ ਮਨ ਇਹ ਜਿਹੜਾ ਹੈ ਮਨ ਰੂਪੀ ਸ਼ੁੱਧ ਸੋਨੇ ਦੀ ਤਰ੍ਹਾਂ ਟਿਕਾਓ ਵਿੱਚ ਆ ਜਾਂਦਾ ਹੈ। ਫਿਰ ਮਨ ਸ਼ਬਦ ਦੇ ਨਾਲ ਹਰ ਸਮੇਂ ਮੇਲ ਬਣਾ ਕੇ ਰੱਖਦਾ ਹੈ, ਹਰ ਸਮੇਂ ਸ਼ਬਦ ਦੇ ਨਾਲ ਹੀ ਜੁੜਿਆ ਰਹਿੰਦਾ ਹੈ। ਸੋ ਇਸ ਪ੍ਰਕਾਰ ਕਹਿੰਦੇ ਜਿਹੜੇ ਪ੍ਰੇਮਾ ਭਗਤੀ ਕਰਨੀ, ਇਹੋ ਹੀ ਮਨ ਨੂੰ ਤਪਾਉਣ ਦੀ ਤਰ੍ਹਾਂ ਹੈ। ਇਹੋ ਹੀ ਅਸਲ ਤਪੱਸਿਆ ਜਾਣਨੀ ਕਰੋ। ਇਤ ਰੰਗ ਨਾਚਹੁ ਰਖ ਰਖ ਪਾਓ। ਹੇ ਗੁਰਸਿੱਖੋ, ਇਤ ਰੰਗ ਐਸਾ ਪ੍ਰੇਮ ਧਾਰਨ ਕਰਕੇ, ਇਤ ਰੰਗ ਐਸਾ ਹਿਰਦੇ ਅੰਦਰ ਆਨੰਦ ਪ੍ਰਾਪਤ ਕਰਨੇ ਦੇ ਲਈ ਮਹਾਰਾਜ ਕਹਿੰਦੇ ਸੰਕਲਪਾਂ ਵਿਕਲਪਾਂ ਤੋਂ ਇਹ ਜਿਹੜਾ ਮਨ ਰੂਪੀ ਪੈਰ ਹਨ, ਮਨ ਬੁੱਧ ਰੂਪੀ ਪੈਰ ਹਨ, ਇਹਨਾਂ ਵਿੱਚ ਬਚਾਉਣ ਤੋਂ ਭਾਵ ਇਹਨਾਂ ਤੋਂ ਬਚਾ ਕਰਕੇ ਪੈਰ ਰੱਖਣਾ ਕਰੋ। ਜਿਵੇਂ ਰਾਸ ਧਾਰੀਏ ਸਤ ਸੰਗਤ ਜੀ ਪੈਰਾਂ ਵਿੱਚ ਘੁੰਗਰੂ ਪਾ ਕੇ ਤੇ ਕਿਵੇਂ ਪੈਰਾਂ ਦੀ ਤਬਲੇ ਦੀ ਚਾਲ ਦੇ ਨਾਲ ਸਾਜ਼ਾਂ ਦੇ ਤਾਲ ਦੇ ਵਿੱਚ ਆ ਕਰਕੇ ਕਿਵੇਂ ਨਾਚ ਕਰਦੇ ਹਨ, ਕਿਵੇਂ ਰਾਸਾਂ ਪਾਉਂਦੇ ਐ, ਨੱਚਦੇ ਟੱਪਦੇ ਐ, ਤੇ ਦੇਖਣ ਵਾਲੇ ਲੋਕ ਉਹਨਾਂ ਦਾ ਮਨ ਪਰਚ ਜਾਂਦਾ, ਦੇਖ ਦੇਖ ਕਰਕੇ ਹੱਸਦੇ ਖਿੜ ਖੜਾ ਕੇ, ਤੇ ਇੰਨੇ 'ਚ ਹੀ ਬੜਾ ਉਹ ਸਤ ਸੰਗਤ ਜੀ ਪ੍ਰਸੰਨ ਹੋਏ ਜਾਂਦੇ ਨੇ। ਤੇ ਮਹਾਰਾਜ ਹਜੂਰ ਨੇ ਉਚਾਰਨ ਕੀਤਾ, ਹੇ ਜੀਵ ਇਹ ਤਰੰਗ ਨਾਚਹੁ ਰਖ ਰਖ ਪਾਓ। ਇਸ ਢੰਗ ਦੇ ਨਾਲ ਤੂੰ ਨੱਚਣਾ ਕਰ। ਜੇ ਨੱਚਣਾ ਚਾਹੁੰਦਾ ਹੀ ਹੈ ਨਾ ਸੰਸਾਰ ਦੀ ਰਾਸਾਂ ਨੂੰ ਦੇਖ ਕਰਕੇ, ਗੁਰਮਤਿ ਦੇ ਦਾਇਰੇ ਵਿੱਚ ਆ ਕਰਕੇ ਹੀ ਜੀਵ ਤੂੰ ਨੱਚ। ਪਰ ਮਹਾਰਾਜ ਕਹਿੰਦੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਦੁਆਰਾ, ਗਰੀਬ ਨਵਾਜ ਸਤਿਗੁਰਾਂ ਦੇ ਉਪਦੇਸ਼ ਦੁਆਰਾ ਜੇਕਰ ਹੈ ਜੀਵ ਤੂੰ ਨੱਚਣਾ ਕਰੇਂਗਾ ਤੇ ਤੇਰਾ ਨੱਚਿਆ ਹੋਇਆ ਵੀ ਸਫਲਾ ਹੋ ਜਾਵੇਗਾ। ਤੇਰੀ ਪਾਈ ਹੋਈ ਰਾਸ ਵੀ ਮਹਾਰਾਜ ਕਹਿੰਦੇ ਸਫਲੀ ਹੋ ਜਾਵੇਗੀ, ਅਕਾਰਥ ਨਹੀਂ ਜਾਵੇਗੀ, ਜੀਵਨ ਵਿਅਰਥ ਨਹੀਂ ਤੇਰਾ ਬਤੀਤ ਹੋਵੇਗਾ। ਜੇ ਮਹਾਰਾਜ ਸਾਹਿਬ ਜੀ ਦੀ ਬਖਸ਼ੀ ਹੋਈ ਗੁਰਮਤਿ ਦੇ ਦਾਇਰੇ ਵਿੱਚ ਰਹਿ ਕਰਕੇ ਰਾਸ ਪਾਵਨਾ ਕਰੇਂਗਾ। ਸੋ ਇਸ ਪ੍ਰਕਾਰ ਪਾਤਸ਼ਾਹ ਜੀ ਕਹਿੰਦੇ ਇਹ ਤਰੰਗ ਨਾਚਹੁ ਰਖ ਰਖ ਪਾਓ। ਹੇ ਜੀਵ ਸੰਕਲਪਾਂ ਵਿਕਲਪਾਂ ਰੂਪੀ ਇਹਨਾਂ ਦੇ ਪੈਰ ਜਿਹੜੇ ਹਨ, ਇਹਨਾਂ ਤੋਂ ਮਹਾਰਾਜ ਕਹਿੰਦੇ ਰੱਖਿਆ ਕਰ ਕਰਕੇ, ਰੱਖ ਰੱਖ ਕਰਕੇ ਕਿਤੇ ਇਹਨਾਂ ਦਾ ਠੇਡਾ ਨਾ ਲੱਗ ਜਾਵੇ। ਐਵੇਂ ਕੋਈ ਸੰਕਲਪ, ਐਵੇਂ ਕੋਈ ਮਾੜਾ ਕੋਈ ਵਿਕਲਪ ਮਨ ਦੇ ਵਿੱਚ ਆ ਜਾਵੇ ਤੇ ਤੂੰ ਫਿਸਲ ਕਰਕੇ ਭਾਵ ਡਿੱਗ ਜਾਵੇ। ਜਿਵੇਂ ਪੈਰ ਵੇਖ ਵੇਖ ਕਰਕੇ ਸਾਧ ਸੰਗਤ ਜੀ ਰਾਸ ਧਾਰੀਏ ਟਿਕਾਉਂਦੇ ਆ ਨਾ, ਨੱਚਦੇ ਹੋਏ ਟੱਪਦੇ ਹੋਏ, ਇਸ ਪ੍ਰਕਾਰ ਮਹਾਰਾਜ ਕਹਿੰਦੇ ਏਦਾਂ ਮਨ ਬੁੱਧ ਰੂਪੀ ਜਿਹੜੇ ਪੈਰ ਹੈ, ਇਹਨਾਂ ਨੂੰ ਗੁਰਮਤਿ ਦੁਆਰਾ ਬੜੇ ਸੋਹਣੇ ਢੰਗ ਦੇ ਨਾਲ ਸੁਚੇਤ ਹੋ ਕਰਕੇ ਸੰਕਲਪਾਂ ਵਿਕਲਪਾਂ ਤੋਂ ਬਚਾ ਕੇ ਰੱਖ ਰੱਖ ਕਰਕੇ ਨੱਚਣਾ ਕਰ। ਪੂਰੇ ਤਾਲ ਜਾਣੈ ਸਲਾਹ। ਜੋ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਜਾਣਨੀ ਹੈ ਕਿ ਕਿਸ ਢੰਗ ਦੇ ਨਾਲ ਪਰਮਾਤਮਾ ਦੀ ਸਿਫਤ ਕਰਨੀ ਚਾਹੀਦੀ ਹੈ, ਕਿਹੜੇ ਢੰਗ ਦੇ ਨਾਲ, ਕਿਹੜੀ ਯੁਗਤੀ ਦੁਆਰਾ ਕਿਵੇਂ ਪਰਮਾਤਮਾ ਦਾ ਜਸ ਕਰਨਾ ਚਾਹੀਦਾ, ਇਹ ਜਾਣੋ ਕਿ ਪੂਰੇ ਤਾਲ ਭਾਵ ਕਿ ਪੂਰੀ ਤਰ੍ਹਾਂ ਇਹ ਤਾਲ ਵੱਜਣ ਦੀ ਤਰ੍ਹਾਂ ਹੈ। ਪੂਰੇ ਤਾਲ ਦੇ ਵਿੱਚ ਆ ਜਾਂਦਾ ਨਾ, ਇੱਕ ਮਿਕ ਹੋ ਜਾਂਦਾ। ਜਿਵੇਂ ਤਾਲ ਤੋਂ ਬਿਨਾਂ ਕੋਈ ਸਾਧ ਸੰਗਤ ਜੀ ਚੱਲੇ ਤੇ ਉਹ ਫਿਰ ਬੇਰਸੀ ਉੱਥੇ ਹੁੰਦੀ ਹੈ।
ਸੋਹਣਾ ਨਹੀਂ ਲੱਗਦਾ ਨਾ ਦੇਖਣ ਵਾਲੇ ਨੂੰ ਤੇ ਨਾ ਸੁਣਨ ਵਾਲੇ ਨੂੰ। ਉੱਥੇ ਫਿਰ ਬੇਰਸੀ ਹੋ ਜਾਂਦੀ ਹੈ। ਰਸ ਉੱਥੇ ਪ੍ਰਾਪਤ ਹੁੰਦਾ ਜਿੱਥੇ ਤਾਲ ਦੇ ਵਿੱਚ ਪੂਰਾ ਐਨ ਮਿਲ ਕਰਕੇ ਸਾਧ ਸੰਗਤ ਜੀ ਚੱਲਿਆ ਜਾਂਦਾ। ਉਹ ਭਾਵੇਂ ਪ੍ਰਤੱਖ ਵੀ ਹੈ, ਭਾਵੇਂ ਕੋਈ ਗਵਈਆ ਹੈ, ਭਾਵੇਂ ਕੋਈ ਰਾਸਾਂ ਪਾਉਣ ਵਾਲਾ ਰਾਸਧਾਰੀ ਹੈ, ਨਾਚ ਕਰਨ ਵਾਲਾ ਹੈ, ਕਿਸੇ ਵੀ ਢੰਗ ਤਰੀਕੇ ਦੇ ਦੁਆਰਾ ਕੋਈ ਚੱਲਣ ਵਾਲਾ, ਜੇ ਤਾਲ ਦੇ ਨਾਲ ਮੇਲ ਬਣਦਾ, ਮਿਲ ਕਰਕੇ ਜੇਕਰ ਸਾਧ ਸੰਗਤ ਜੀ ਉਹ ਆਪਣਾ ਕਰਤਵ ਸੰਸਾਰ ਦੇ ਅੰਦਰ ਦਿਖਾਉਂਦਾ, ਉਹੀ ਦੇਖਣ ਵਾਲੇ ਨੂੰ ਸੋਹਣਾ ਲੱਗਦਾ ਤੇ ਸੁਣਨ ਵਾਲੇ ਨੂੰ ਰਸ ਦਿੰਦਾ ਹੈ। ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਹੋਏ ਆਨੰਦ ਪੂਰੇ ਤਾਲ ਜਾਣੈ ਸਾਲਾਹ। ਇਹ ਪ੍ਰਾਣਾ ਤਾਰੀ ਜੀਵ ਜਿਹੜਾ ਤਾਲ ਦੇ ਵਿੱਚ ਪੂਰਾ ਗਿਣਨਾ, ਭਾਵ ਕਿ ਚਿੱਤ ਬਿਰਤੀ ਨੂੰ ਪੂਰੀ ਤਰ੍ਹਾਂ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜਨਾ, ਇਹ ਜਾਣਨਾ ਕਰਕੇ ਪਰਮੇਸ਼ਰ ਦੀ ਸਿਫਤ ਸਲਾਹ ਜਾਣਨ ਦੀ ਤਰ੍ਹਾਂ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਜਾਣ ਲੈ, ਪੂਰਾ ਤਾਲ ਤੈਨੂੰ ਪ੍ਰਾਪਤ ਹੋ ਜਾਵੇਗਾ। ਹੋਰ ਨੱਚਣਾ ਖੁਸ਼ੀਆ ਮਨ ਮਾਹਾ। ਹੋਰ ਕਹਿੰਦੇ ਜਿੰਨੇ ਵੀ ਸੰਸਾਰ ਦੇ ਅੰਦਰ ਝੂਠੇ ਨਾਚ ਤਮਾਸ਼ੇ ਕਰਨੇ ਆ, ਕੁੱਦਣਾ ਬਾਰ-ਬਾਰ ਐਵੇਂ ਪੁੱਠੀਆਂ ਸਿੱਧੀਆਂ ਛਾਲਾਂ ਮਾਰਦੇ ਰਹਿਣਾ, ਜਿਵੇਂ ਲੱਚਰਪਣਾ ਕੀਤਾ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਹੋਰ ਜਿਵੇਂ ਸੰਸਾਰ ਦੇ ਅੰਦਰ ਜੀਵ ਮਨਮੱਤਾਂ ਕਰਦੇ ਐ, ਇਹ ਜਾਣਨਾ ਕਰਕੇ ਤਾਂ ਕੇਵਲ ਮਨ ਨੂੰ ਪ੍ਰਸੰਨ ਕਰਨ ਵਾਸਤੇ ਹੈ। ਇਹ ਕੇਵਲ ਸੰਸਾਰ ਦੇ ਅੰਦਰ ਜਿਹੜਾ ਝੂਠਾ ਨਾਚ ਤਮਾਸ਼ਾ ਕਰਨਾ, ਇਹਦਾ ਕੋਈ ਵੀ ਲਾਭ ਮਿਲਣ ਵਾਲਾ ਨਹੀਂ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਸਤ ਸੰਤੋਖ ਵਜਹੇ ਦੁਇ ਤਾਲ। ਫਿਰ ਮਹਾਰਾਜ ਸੱਚੇ ਪਾਤਸ਼ਾਹ ਰਾਸ ਦੇ ਅੰਦਰ ਤਾਂ ਕੈਂਸੀਆਂ ਵੀ ਵੱਜਦੀਆਂ ਨੇ, ਤੇ ਹਜ਼ੂਰ ਕਹਿੰਦੇ ਹਨ ਕਿ ਸਤ ਅਤੇ ਸੰਤੋਖ, ਇਹ ਜਾਣੋ ਕਿ ਇਹ ਵਾਜੇ ਵੱਜ ਰਹੇ ਆ, ਇਹ ਕੈਂਸੀਆਂ ਵੱਜ ਰਹੀਆਂ ਹਨ। ਸਤ ਪ੍ਰਤੱਗੀ ਹੋਣਾ ਤੇ ਸੰਤੋਖੀ ਹੋਣਾ, ਜੋ ਪ੍ਰਮਾਤਮਾ ਨੇ ਜੀਵਨ ਵਿੱਚ ਬਖਸ਼ਿਆ ਉਹਨੂੰ ਸਤ ਕਰਕੇ ਮੰਨ ਲੈਣਾ, ਵਾਹਿਗੁਰੂ ਦੀ ਰਜ਼ਾ ਦੇ ਵਿੱਚ ਸਤ ਕਰਕੇ ਰਹਿਣਾ, ਸਤ ਪ੍ਰਤੱਗੀ ਹੋਣਾ, ਮੁਖ ਤੋਂ ਸੱਚ ਬੋਲਣਾ ਤੇ ਪਰਮੇਸ਼ਰ ਦੇ ਭਾਣੇ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨਾ। ਇਹ ਦੋ ਤਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਦੋ ਤਾਲ ਭਾਵ ਕੇ ਕੈਂਸੀਆਂ ਵੱਜ ਰਹੀਆਂ ਹਨ। ਪੈਰੀ ਵਾਜਾ ਸਦਾ ਨਿਹਾਲ। ਤੇ ਜਿਹੜਾ ਪੈਰੀ ਵਾਜਾ, ਪੈਰਾਂ ਦੇ ਵਿੱਚੋਂ ਆਵਾਜ਼, ਜਿਵੇਂ ਸਾਧ ਸੰਗਤ ਜੀ ਜੋ ਸਕੁੰਤਲਾ ਘੁੰਗਰੂ ਪਾਏ ਹੁੰਦੇ ਆ ਰਾਸਧਾਰੀਆਂ ਨੇ, ਉਹ ਘੁੰਗਰੂ ਜਿਹੜੇ ਪੈਰਾਂ ਵਿੱਚ ਪਾਏ ਹੁੰਦੇ, ਉਹਨਾਂ ਦੀ ਬੜੀ ਆਵਾਜ਼ ਆਉਂਦੀ ਜਦੋਂ ਤਾਲ ਦੇ ਨਾਲ ਮਿਲ ਕਰਕੇ ਪੈਰ ਦੇਖ ਕਰਕੇ ਪੈਰ ਰੱਖਦੇ ਐ, ਨਾਚ ਕਰਦੇ ਹਨ। ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਆ, ਪੈਰੀ ਵਾਜਾ ਸਦਾ ਨਿਹਾਲ, ਜੀਵਨ ਭਰ ਜੋ ਨਿਹਾਲ ਮੁਕਤ ਹੋ ਕਰਕੇ ਰਹਿਣਾ, ਹਿਰਦੇ ਕਰਕੇ ਪ੍ਰਸੰਨ ਹੋ ਕਰਕੇ ਰਹਿਣਾ, ਪਰਮਾਤਮਾ ਦੀ ਬੰਦਗੀ ਦੇ ਵਿੱਚ ਲੀਨ ਹੋ ਕਰਕੇ। ਇਹ ਜਾਣੋ ਕਿ ਪੈਰਾਂ ਦੇ ਵਿੱਚ ਪਏ ਹੋਏ ਜਿਹੜੇ ਇਹ ਘੁੰਗਰੂ ਆਦਿਕ ਹੈ, ਪੈਰਾਂ ਵਿੱਚ ਛਣਕਾਰ ਆ ਰਹੀ ਹੈ। ਰਾਗ ਨਾਦ ਨਹੀਂ ਦੂਜਾ ਭਾਓ। ਸੋ ਇਸ ਪ੍ਰਕਾਰ ਕਹਿੰਦੇ ਹਨ ਕਿ ਜਿਹੜਾ ਸਾਧ ਸੰਗਤ ਜੀ ਰਾਗ ਗਾਉਂਦੇ ਹੈ ਜਾਂ ਨਾਦ ਆਵਾਜ਼ਾਂ ਪ੍ਰਗਟ ਕਰਦੇ ਹਨ, ਮਹਾਰਾਜ ਕਹਿੰਦੇ ਜਿਹੜਾ ਹਿਰਦੇ ਅੰਦਰ ਦਵੈਸ਼ ਭਾਵਨਾ ਨਹੀਂ ਧਾਰਨ ਕਰਨੀ, ਕਿਸੇ ਪ੍ਰਤੀ ਈਰਖਾ ਨਹੀਂ ਮਨ ਦੇ ਵਿੱਚ ਧਾਰਨ ਕਰਨੀ, ਜਾਣੋ ਕਿ ਰਾਗ ਦੀਆਂ ਭਾਵ ਕੇ ਆਵਾਜ਼ਾਂ ਪ੍ਰਗਟ ਹੋ ਰਹੀਆਂ ਹਨ। ਨਾਦ ਆਵਾਜ਼ ਨੂੰ ਕਿਹਾ ਜਾਂਦਾ ਹੈ, ਰਾਗ ਦੀਆਂ ਰਾਗ ਅਲਾਪਣ ਦੀਆਂ ਨਾਦਾਂ ਨੇ ਆਵਾਜ਼ਾਂ ਹਨ। ਜਿਹੜਾ ਹਿਰਦੇ ਅੰਦਰ ਕਿਸੇ ਪ੍ਰਤੀ ਈਰਖਾ ਨਹੀਂ ਧਾਰਨ ਕਰਨੀ, ਕਿਸੇ ਦੇ ਨਾਲ ਵੀ ਦਵੈਸ਼ ਭਾਵਨਾ ਮਨ ਦੇ ਵਿੱਚ ਨਹੀਂ ਧਾਰਨ ਕਰਨੀ। ਇਤ ਰੰਗ ਨਾਚਹੁ ਰਖ ਰਖ ਪਾਓ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਹੈ ਗੁਰਸਿੱਖੋ, ਇਤ ਰੰਗ ਨਾਚਹੁ, ਇਸ ਰੰਗ ਇਸ ਢੰਗ ਤਰੀਕੇ ਦੇ ਨਾਲ, ਇਤ ਰੰਗ ਜਾਂ ਇਹੋ ਹਿਰਦੇ ਅੰਦਰ ਪ੍ਰੇਮ ਭਾਵਨਾ ਬਣਾ ਕਰਕੇ ਮਹਾਰਾਜ ਕਹਿੰਦੇ ਹਨ, ਮਨ ਬੁੱਧ ਰੂਪੀ ਪੈਰਾਂ ਦੇ ਨਾਲ ਨੱਚਣਾ ਕਰੋ। ਐਸੇ ਸ਼ੁਭ ਗੁਣਾਂ ਦੇ ਗੁਰਮਤਿ ਦੇ ਦਾਇਰੇ ਵਿੱਚ ਰਹਿ ਕਰਕੇ ਮਹਾਰਾਜ ਕਹਿੰਦੇ ਸੱਚੀ ਰਾਸ ਦੇ ਵਿੱਚ ਨੱਚਣਾ ਕਰੋ। ਭਾਉ ਫੇਰੀ ਹੋਵੇ ਮਨ ਚੀਤ। ਫਿਰ ਸਾਧ ਸੰਗਤ ਜੀ ਜਿਹੜੇ ਰਾਸਧਾਰੀ ਨੇ ਭਵੰਟਣੀਆਂ ਲੈ ਕਰਕੇ ਕਿਵੇਂ ਬਾਰ-ਬਾਰ ਨਾਚ ਕਰਦੇ ਹਨ, ਤੇ ਮਹਾਰਾਜ ਹਜੂਰ ਸਿੱਖਾਂ ਦੇ ਬੇਨਤੀ ਕਰਨ ਤੇ ਬਖਸ਼ਿਸ਼ ਕਰਦੇ, ਭਾਉ ਫੇਰੀ ਹੋਵੇ ਮਨ ਚੀਤ, ਜਿਹੜਾ ਹਿਰਦੇ ਅੰਦਰ ਭੈ ਧਾਰਨ ਕਰਨਾ ਹਰ ਸਮੇਂ ਪਰਮਾਤਮਾ ਦਾ। ਇਹ ਜਾਣੋ ਕਿ ਫੇਰੀਆਂ ਦੀ ਤਰ੍ਹਾਂ ਬਾਰ-ਬਾਰ ਭਵੰਟਣੀ ਲੈਣ ਦੀ ਤਰ੍ਹਾਂ ਹੈ, ਤੇ ਮਨ ਜਿਹੜਾ
ਪਰਮੇਸ਼ਰ ਦੇ ਭੈ ਵਿੱਚ ਰਹਿ ਕਰਕੇ ਸੰਸਾਰ ਦੇ ਵੱਲੋਂ ਮੁੜ ਜਾਣਾ, ਭਾਵ ਚਿਤ ਬਿਰਤੀ ਸੰਸਾਰ ਆਕਾਰ ਤੋਂ ਬ੍ਰਹਮ ਦੇ ਵਿੱਚ ਲੀਨ ਹੋ ਜਾਣੀ। ਮਹਾਰਾਜ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਇਹ ਜਾਣੋ ਕਿ ਸਾਰਾ ਭਵੰਟਣੀ ਲੈਣ ਦੀ ਤਰ੍ਹਾਂ ਹੈ। ਬਾਰ-ਬਾਰ ਘੁੰਮ ਵਾਰਨੀਆਂ, ਬਾਰ-ਬਾਰ ਭਵੰਟਣੀਆਂ ਲੈ ਲੈ ਕਰਕੇ ਜਿਹੜਾ ਨਾਚ ਕਰਨਾ ਹੈ। ਬਹਿੰਦਿਆ ਉੱਠਦਿਆ ਨੀਤਾ ਨੀਤ। ਫਿਰ ਕਦੇ ਸਾਧ ਸੰਗਤ ਜੀ ਉਹ ਨਾਚ ਕਰਨ ਵਾਲੇ ਬੈਠ ਜਾਂਦੇ ਐ, ਕਦੇ ਉੱਠ ਜਾਂਦੇ ਹਨ, ਕਦੇ ਭਵੰਟਣੀਆਂ ਲੈਂਦੇ, ਕਦੇ ਫਿਰ ਨੱਚਣ ਲੱਗ ਪੈਂਦੇ ਹਨ। ਸੋ ਇਸ ਪ੍ਰਕਾਰ ਪਾਤਸ਼ਾਹ ਜੀ ਕਹਿੰਦੇ ਹਨ, ਬਹਿੰਦਿਆਂ ਉੱਠਦਿਆਂ ਨੀਤਾ ਨੀਤ। ਬਹਿੰਦਿਆਂ ਵੀ ਕਹਿੰਦੇ ਜਿਹੜਾ ਪਰਮੇਸ਼ਰ ਦਾ ਭੈ ਧਾਰਨ ਕਰਨਾ, ਉੱਠਦਿਆਂ ਵੀ ਰੱਬ ਦਾ ਭੈ ਮੰਨਣਾ, ਬਹਿੰਦਿਆਂ ਵੀ ਰੱਬ ਨੂੰ ਚੇਤੇ ਕਰਨਾ, ਉੱਠਦਿਆਂ ਵੀ ਪਰਮਾਤਮਾ ਦਾ ਸਿਮਰਨ ਕਰਨਾ, ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਨਾ। ਔਰ ਨੀਤਾ ਨੀਤ, ਨੀਤਾ ਪਰਮੇਸ਼ਰ ਨੂੰ ਨਿਤਾ ਪ੍ਰਤੀ ਜਾਣਨਾ ਕਿ ਸਤ ਚੇਤਨ ਆਨੰਦ ਸਰੂਪ ਹੈ ਪਰਮਾਤਮਾ ਦਾ, ਤੇ ਸੰਸਾਰ ਅਸਤ ਜੜ ਅਤੇ ਦੁੱਖ ਰੂਪ ਹੈ। ਪਰਮਾਤਮਾ ਸਤ ਹੈ, ਸੰਸਾਰ ਅਸਤ ਹੈ। ਐਸਾ ਨਿਸ਼ਚੈ ਕਰਕੇ ਜੀਵਨ ਦੇ ਵਿੱਚ ਧਾਰਨ ਕਰਨਾ। ਪਾਤਸ਼ਾਹ ਜੀ ਕਹਿੰਦੇ ਹਨ, ਬਹਿੰਦਿਆਂ ਉੱਠਦਿਆਂ ਇਹ ਜਾਣੋ ਕਿ ਬਾਰ-ਬਾਰ ਬਹਿਣਾ ਤੇ ਉੱਠਣਾ ਹੈ। ਇਹ ਰਾਸ ਦੇ ਅੰਦਰ ਸੱਚੀ ਗੁਰਮਤਿ ਦੀ ਰਾਸ ਦੇ ਵਿੱਚ ਬਹਿੰਦਿਆਂ ਉੱਠਦਿਆਂ ਨੀਤਾ ਨੀਤ, ਨੀਤਾ ਨਿਤਾ ਪ੍ਰਤੀ ਨੇਮ ਦੇ ਨਾਲ ਅਕਾਲ ਪੁਰਖ ਪ੍ਰਮਾਤਮਾ ਜੀ ਦੀ ਯਾਦ ਦੇ ਵਿੱਚ ਜੁੜਨਾ। ਜਿਵੇਂ ਗੁਰਬਾਣੀ ਵੀ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਉੱਠਦਿਆਂ ਵੀ ਬਹਿੰਦਿਆਂ ਵੀ ਹਰ ਸਮੇਂ ਪਰਮਾਤਮਾ ਦੀ ਯਾਦ ਵਿੱਚ ਜੁੜਨਾ, ਪਰਮੇਸ਼ਰ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਨਾ। ਐਸਾ ਮਹਾਰਾਜ ਕਹਿੰਦੇ ਸੱਚੀ ਰਾਸ ਦੇ ਵਿੱਚ ਬਾਰ-ਬਾਰ ਉੱਠਣਾ ਬਹਿਣਾ ਹੈ। ਲੇਟਣ ਲੇਟ ਜਾਣੈ ਤਨ ਸਵਾਹ। ਤੇ ਫਿਰ ਮਹਾਰਾਜ ਸਾਹਿਬ ਜੀ ਕਈ ਵਾਰ ਰਾਸ ਧਾਰੀਏ ਨੱਚਦੇ ਹੋਏ, ਬਹਿੰਦੇ ਉੱਠਦੇ ਹੋਏ ਲੇਟਣ ਵੀ ਲੱਗ ਪੈਂਦੇ ਐ। ਸਾਧ ਸੰਗਤ ਜੀ ਜਿਹੜੇ ਕਈ ਜਿਵੇਂ ਡਾਂਸ ਆਦਿ ਕਰਦੇ ਨਾ, ਕਈ ਵਾਰ ਉਹ ਸਟੇਜ ਦੇ ਉੱਪਰ ਜੋ ਆਪਣੇ ਕਰਤੱਵ ਦਿਖਾਉਂਦੇ ਹੋਏ ਲੇਟਣ ਵੀ ਲੱਗ ਪੈਂਦੇ ਹਨ। ਜਦੋਂ ਇਹ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਹਿੰਦੇ ਜਿਹੜਾ ਤਨ ਨੂੰ ਆਪਣੇ ਸਰੀਰ ਨੂੰ ਸਵਾਹ ਰੂਪ ਕਰਕੇ ਜਾਣਨਾ, ਇਹੋ ਜਾਣੋ ਕਿ ਲੇਟਣਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਲੇਟਣ ਲੇਟ ਜਾਣੈ ਤਨ ਸਵਾਹ। ਆਪਣੇ ਸਰੀਰ ਨੂੰ ਸਵਾਹ ਜਾਣਨਾ ਕਿ ਜਿਹੜਾ ਤੁਹਾਡਾ ਤਨ ਹੈ, ਇਉਂ ਦੇਹੀ ਅਭਿਮਾਨ ਨੂੰ ਅਭਾਵ ਕਰ ਦੇਣਾ। ਜਿਹੜਾ ਸਰੀਰ ਦਾ ਮਾਣ ਹੈ, ਸਰੀਰ ਦਾ ਹੰਕਾਰ ਬਾਰ-ਬਾਰ ਮਨ ਦੇ ਵਿੱਚ ਫੁਰਦਾ ਹੈ ਕਿ ਮੇਰਾ ਸਰੀਰ ਹੈ, ਮੇਰਾ ਤਨ ਹੈ, ਇਹ ਮੇਰੀ ਦੇਹੀ ਹੈ, ਮੇਰੀ ਕਾਇਆ ਹੈ, ਬਾਰ-ਬਾਰ ਮਨ ਦੇ ਵਿੱਚ ਆਵਣਾ। ਇਹਨਾਂ ਫੁਰਨਿਆਂ ਤੋਂ ਇਹ ਦੇਹੀ ਦਾ ਅਭਿਮਾਨ ਦੂਰ ਕਰਨ ਦੇ ਵਾਸਤੇ ਕਹਿੰਦੇ ਜਿਹੜਾ ਸਰੀਰ ਨੂੰ ਸਵਾਹ ਰੂਪ ਕਰਕੇ ਜਾਣਨਾ, ਇਹੋ ਹੀ ਜਾਣੋ ਕਿ ਲੇਟਣ ਦੀ ਤਰ੍ਹਾਂ ਹੈ। ਇਤ ਰੰਗ ਨਾਚਹੁ ਰਖ ਰਖ ਪਾਓ। ਹਜੂਰ ਫਿਰ ਉਚਾਰਨ ਕਰ ਰਹੇ ਹੈ, ਇਸ ਰੰਗ ਇਸ ਪ੍ਰੇਮ ਦੇ ਨਾਲ ਇਉਂ ਹਿਰਦੇ ਅੰਦਰ ਆਨੰਦ ਧਾਰਨ ਕਰਕੇ ਸੰਕਲਪਾਂ ਵਿਕਲਪਾਂ ਰੂਪੀ ਮਹਾਰਾਜ ਕਹਿੰਦੇ ਨਾ ਠੇਡਿਆਂ ਤੋਂ ਬਚਾ ਕਰਕੇ ਮਨ ਬੁੱਧ ਰੂਪੀ ਜਿਹੜੇ ਪੈਰ ਹਨ, ਮਹਾਰਾਜ ਕਹਿੰਦੇ ਇਹਨਾਂ ਦੇ ਨਾਲ ਗੁਰਮਤਿ ਦੀ ਰਾਸ ਦੇ ਵਿੱਚ ਨੱਚਣਾ ਕਰੋ। ਸਿੱਖ ਸਭਾ ਦੀਖਿਆ ਕਾ ਪਾਓ। ਫਿਰ ਬੇਨਤੀ ਕਰਦੇ ਮਹਾਰਾਜ, ਉਹਨਾਂ ਨੇ ਤੇ ਬੜੀ ਵੱਡੀ ਸਭਾ ਲਗਾਈ ਹੁੰਦੀ ਹੈ, ਜਿੱਥੇ ਬਹੁਤ ਸਾਰੇ ਲੋਕ ਆ ਕੇ ਮਹਾਰਾਜ ਉਹ ਨਾਚ ਤਮਾਸ਼ਾ ਦੇਖਦੇ ਆ, ਕੰਨਾਂ ਦੇ ਨਾਲ ਸੁਣਦੇ, ਬੜਾ ਖਿੜਖੜਾ ਕੇ ਹੱਸਦੇ ਨੇ। ਫਿਰ ਉਦਾਂ ਹੀ ਮਹਾਰਾਜ ਉਹ ਬਾਰ-ਬਾਰ ਯਾਦ ਕਰਦੇ ਰਹਿੰਦੇ ਨੇ। ਤੇ ਸਤਿਗੁਰੂ ਜੀ ਨੇ ਉਚਾਰਨ ਕੀਤਾ, ਫਿਰ ਇਹੀ ਪੰਕਤੀ ਪੜੋ ਜੀ। ਸਿੱਖ ਸਭਾ ਦੀਖਿਆ ਕਾ ਪਾਓ। ਕਹਿੰਦੇ ਹਨ ਕਿ ਜਿਹੜੇ ਸਿੱਖਾਂ ਦੀ ਸਤ ਸੰਗਤ ਵਿੱਚ ਆ ਕੇ ਸਿੱਖਾਂ ਨੇ ਜੁੜਨਾ, ਇਹੋ ਜਾਣੋ ਕਿ ਸਭਾ ਦੀ ਤਰ੍ਹਾਂ ਹੈ। ਫਿਰ ਮਹਾਰਾਜ ਇੱਥੇ ਸਿੱਖਿਆ ਕੀ ਧਾਰਨ ਕਰਦੇ, ਕਹਿੰਦੇ ਜੋ ਗੁਰੂ ਪਾਤਸ਼ਾਹ ਜੀ ਵੱਲੋਂ ਉਪਦੇਸ਼ ਦਿੱਤਾ ਜਾਂਦਾ ਹੈ, ਮਹਾਰਾਜ ਜੀ ਦੀ ਸਤ ਸੰਗਤ ਦੇ ਵਿੱਚ ਭਾਵ ਹਿਰਦੇ ਅੰਦਰ ਪ੍ਰੇਮ ਦੇ ਸਹਿਤ ਹੋ ਕਰਕੇ ਸਿੱਖ ਉਹਨੂੰ ਧਾਰਨ ਕਰਦੇ ਆ। ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਇੱਕ ਸਭਾ ਦੀ ਤਰ੍ਹਾਂ ਹੈ, ਜਿੱਥੇ ਗਰੀਬ ਨਵਾਜ ਸਤਿਗੁਰੂ ਜੀ ਸੱਚਾ ਉਪਦੇਸ਼ ਦਿੰਦੇ ਹਨ, ਜਿੱਥੇ ਮਹਾਰਾਜ ਸਾਹਿਬ ਜੀ ਸੱਚੀ ਰਾਸ ਦਾ ਉਪਦੇਸ਼ ਦੇ ਕਰਕੇ ਜੀਵ ਦਾ ਲੋਕ ਪਰਲੋਕ ਸਵਾਰ ਦਿੰਦੇ ਆ। ਸੱਚੀ ਰਾਸ ਕਿਹੜੇ ਢੰਗ ਦੇ ਨਾਲ ਗੁਰਮਤਿ ਦੇ ਦਾਇਰੇ ਵਿੱਚ ਰਹਿ ਕਰਕੇ ਇਹ ਜੀਵ ਤੂੰ ਪਾ ਸਕਦਾ ਹੈ,
ਕਿਵੇਂ ਮਨ ਬੁੱਧ ਰੂਪੀ ਪੈਰਾਂ ਦੇ ਨਾਲ ਤੂੰ ਗੁਰਮਤਿ ਦੇ ਦਾਇਰੇ ਵਿੱਚ ਰਹਿ ਕੇ ਸੱਚੀ ਰਾਸ ਦੇ ਵਿੱਚ ਨਾਚ ਕਰਦਾ ਹੋਇਆ ਵੀ ਪਰਲੋਕ ਪਰਮਾਤਮਾ ਦੇ ਘਰ ਦੇ ਵਿੱਚ ਪਹੁੰਚ ਸਕਦਾ ਹੈ। ਐਸੀ ਜੋ ਸੱਚੀ ਸਿੱਖਿਆ ਮਹਾਰਾਜ ਜੀ ਦੀ ਸਤ ਸੰਗਤ ਰੂਪੀ ਸਭਾ ਵਿੱਚ ਸਿੱਖ ਆ ਕਰਕੇ ਸੁਣਦੇ ਆ, ਧਾਰਨ ਕਰਦੇ ਹਨ। ਗੁਰਮੁਖ ਸੁਣਨਾ ਸਾਚਾ ਨਾਉ। ਤੇ ਮਹਾਰਾਜ ਸਾਹਿਬ ਜੀ ਉੱਥੇ ਸਭਾ ਦੇ ਵਿੱਚ ਫਿਰ ਰਾਸ ਦੇ ਜਿਹੜੇ ਮਹਾਰਾਜ ਲੋਕ ਗਾਉਣ ਵਜਾਉਣ ਕਰਦੇ, ਸੁਣਨ ਵਾਲੇ ਵੀ ਬੜੇ ਸਰੋਤੇ ਹੁੰਦੇ ਆ, ਬੜੇ ਕੰਨ ਲਾ ਲਾ ਕਰਕੇ ਸੁਣਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਗੁਰਮੁਖ ਸੁਣਨਾ ਸਾਚਾ ਨਾਉ। ਮਹਾਰਾਜ ਕਹਿੰਦੇ ਗੁਰਮੁਖਾਂ ਦੁਆਰਾ ਜੋ ਪਰਮੇਸ਼ਰ ਦਾ ਸੱਚਾ ਨਾਮ ਸੁਣਨਾ, ਇਹੋ ਜਾਣੋ ਕਿ ਗੁਰਮਤਿ ਦੀ ਸੱਚੀ ਰਾਜ ਦੇ ਵੀ ਸੱਚ ਸੁਣਦਾ ਹੈ। ਇਹੋ ਕੰਨ ਦੀ ਕਰਕੇ ਗੁਰਮੁਖ ਪਿਆਰਿਆਂ ਤੋਂ ਜੀਵਨ ਦੀ ਸਫਲਤਾ ਦਾ, ਜੀਵ ਈਸ਼ ਦੀ ਏਕਤਾ ਦਾ ਜੋ ਉਪਦੇਸ਼ ਪਰਮੇਸ਼ਰ ਦਾ ਨਾਮ ਅੰਮ੍ਰਿਤ ਸੁਣਦਾ ਹੈ। ਨਾਨਕ ਆਖਣ ਵੇਰਾ ਵੇਰ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਆਖ ਰਹੇ ਆ, ਕਹਿੰਦੇ ਕਿ ਬਾਰ-ਬਾਰ ਜਿਹੜਾ ਜਿਵੇਂ ਫਿਰ ਸਿੱਖ ਨਾਲ ਪੁੱਛਦੇ ਆ, ਹੇ ਮਹਾਰਾਜ ਸਾਹਿਬ ਜੀ, ਜਦੋਂ ਰਾਸ ਖਤਮ ਕਰਨ ਲੱਗਦੇ ਆ ਨਾ, ਸਮਾਪਤੀ ਕਰਨ ਲੱਗਦੇ ਨੇ ਰਾਸ ਧਾਰੀਏ, ਫਿਰ ਵੇਲਾਂ ਦਿੰਦੇ ਆ ਕਿ ਫਲਾਣੇ ਦੀ ਵੇਲ, ਇਹ ਅਮਕੇ ਦੀ ਵੇਲ ਹੈ, ਇਸ ਪ੍ਰਕਾਰ ਇਹ ਫਲਾਣੇ ਬੰਦੇ ਵੱਲੋਂ ਵੇਲ ਆ ਗਈ ਹੈ, ਲੋਕ ਪੈਸੇ ਦਿੰਦੇ ਹੈ। ਤੇ ਮਹਾਰਾਜ ਕਹਿੰਦੇ ਜੋ ਪਰਮੇਸ਼ਰ ਦਾ ਫਿਰ ਬਾਰ-ਬਾਰ ਨਾਮ ਆਖਣ ਉਚਾਰਨ ਕਰਨਾ, ਨਾਨਕ ਆਖਣ ਵੇਰਾ ਵੇਰ, ਜਾਣੋ ਕਿ ਵੇਲਾਂ ਦੇਣ ਦੀ ਤਰ੍ਹਾਂ ਹੈ। ਬਾਰ-ਬਾਰ ਵੇਰਾ ਵੇਰ, ਵਾਰ-ਵਾਰ ਰੱਬ ਨੂੰ ਪਰਮੇਸ਼ਰ ਨੂੰ ਚੇਤੇ ਕਰਨਾ। ਵੇਰਾ ਵੇਰ ਆਪਣੀ ਜਿਹੜੀ ਹੰਕਾਰ ਆਪਣਾਤਿਆਂ ਨੂੰ ਵਾਰ ਕੇ ਨਿਮਰਤਾਵਾਨ ਹੋ ਕੇ ਰੱਬ ਨੂੰ ਬਾਰ-ਬਾਰ ਸਿਮਰਨਾ ਹੈ। ਇਹ ਜਾਣੋ ਕਿ ਵੇਲਾਂ ਦੀ ਤਰ੍ਹਾਂ ਹੈ। ਨਾਨਕ ਆਖਣ ਵੇਰਾ ਵੇਰ, ਅਥਵਾ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਉਪਦੇਸ਼ ਦੇ ਰਹੇ ਨੇ। ਹੇ ਗੁਰਸਿੱਖੋ, ਇਹ ਹੁਣ 84 ਲੱਖ ਗੇੜੇ ਚੋਂ ਕੱਢ ਕੇ ਪ੍ਰਮਾਤਮਾ ਨੇ ਮਨੁੱਖਾ ਦੇ ਹੀ ਇਹ ਮਾਨਸ ਜੀਵਨ ਅਮੋਲਕ ਦਾਤ ਬਖਸ਼ਿਸ਼ ਕੀਤਾ। ਸਭ ਹੋਰ ਵਾਰੀਆਂ ਦੇ ਵਿੱਚੋਂ ਮਹਾਰਾਜ ਕਹਿੰਦੇ ਸਭ ਤੋਂ ਪਰਮ ਤੇ ਅਮੋਲਕ ਵਾਰੀ ਪਰਮਾਤਮਾ ਨੇ ਦਿੱਤੀ ਹੈ। ਪਰਮੇਸ਼ਰ ਦੇ ਨਾਲ ਮਿਲਣ ਦੀ ਵਾਰੀ ਪਰਮਾਤਮਾ ਨੇ ਦਿੱਤੀ ਹੈ। ਜੇ ਹੁਣ ਇਹ ਵਾਰੀ ਛੁੱਟ ਗਈ, ਫਿਰ ਦੁਬਾਰਾ ਪਤਾ ਨਹੀਂ ਕਦੋਂ ਸਮਾਂ ਮਿਲੇ, ਕਦੋਂ ਪਰਮੇਸ਼ਰ ਦੀ ਪ੍ਰਾਪਤੀ ਕਰ ਸਕੋ। ਇਸ ਲਈ ਮਹਾਰਾਜ ਕਹਿੰਦੇ ਹੁਣ ਸਮਾਂ ਹੈ, ਸ਼ੁਭ ਅਵਸਰ ਹੈ ਪਰਮੇਸ਼ਰ ਦੀ ਪ੍ਰਾਪਤੀ ਕਰਨੇ ਦਾ। ਇਤ ਰੰਗ ਨਾਚਹੁ ਰਖ ਰਖ ਪੈਰ। ਇਸ ਢੰਗ ਦੇ ਨਾਲ, ਇਸ ਤਰੀਕੇ ਦੁਆਰਾ ਇਹੋ ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਸੰਕਲਪਾਂ ਵਿਕਲਪਾਂ ਤੋਂ ਬਚਾ ਕੇ ਮਨ ਬੁੱਧ ਰੂਪੀ ਪੈਰਾਂ ਨੂੰ ਮਹਾਰਾਜ ਕਹਿੰਦੇ ਗੁਰਮਤਿ ਦੇ ਦਾਇਰੇ ਵਿੱਚ ਰੱਖ ਕੇ ਇਹ ਮਹਾਰਾਜ ਕਹਿੰਦੇ ਸੱਚੀ ਰਾਸ ਦੇ ਵਿੱਚ ਨੱਚਣਾ ਕਰ। ਹੇ ਗੁਰਸਿੱਖੋ, ਐਸੀ ਮਹਾਰਾਜ ਕਹਿੰਦੇ ਸੱਚੀ ਰਾਸ ਸੰਸਾਰ ਦੇ ਅੰਦਰ ਪੈ ਰਹੀ ਹੈ, ਪਰ ਇਹ ਸੱਚੀ ਰਾਸ ਨੂੰ ਹਰ ਕੋਈ ਨਹੀਂ ਧਾਰਨ ਕਰਦਾ। ਕੋਈ ਵਿਰਲਾ ਹੀ ਗੁਰਮੁਖ ਪਿਆਰਾ ਹੁੰਦਾ ਹੈ ਜੋ ਮਹਾਰਾਜ ਜੀ ਦੀ ਗੁਰਮਤਿ ਨੂੰ ਜੀਵਨ ਵਿੱਚ ਧਾਰਨ ਕਰਦਾ ਹੈ। ਮਨ ਮਤੀਏ ਤਾਂ ਖੋਟੀਆਂ ਝੂਠੀਆਂ ਰਾਸਾਂ ਨੂੰ ਜੀਵਨ ਦੇ ਵਿੱਚ ਧਾਰਨ ਕਰਦੇ ਆ। ਉਹ ਕੁਝ ਦੇਖਦੇ ਰਹਿੰਦੇ, ਲੱਚਰਪੁਣਾ ਦੇਖਦੇ ਰਹਿੰਦੇ ਆ, ਆਪ ਵੀ ਉਸੇ ਤਰ੍ਹਾਂ ਹੀ ਆਪਣਾ ਜੀਵਨ ਨਿਰਵਾਹ ਕਰਦੇ ਨੇ। ਪਰ ਗੁਰਮੁਖ ਪਿਆਰੇ ਮਹਾਰਾਜ ਜੀ ਦੀ ਗੁਰਮਤਿ ਨੂੰ ਧਾਰਨ ਕਰਕੇ ਸੱਚੇ ਰਾਸ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਬੁੱਧ ਰੂਪੀ ਪੈਰਾਂ ਦੇ ਨਾਲ ਨਾਚ ਕਰਦੇ ਹੈ ਔਰ ਆਪਣਾ ਜੀਵਨ ਸਵਾਰ ਲੈਂਦੇ ਹਨ। ਇਸ ਸ਼ਬਦ ਦੁਆਰਾ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਦੇ ਬੇਨਤੀ ਕਰਨ ਤੇ ਸੱਚੀ ਰਾਸ ਕਥਨ ਕੀਤੀ ਹੈ ਕਿ ਕਿਵੇਂ ਗੁਰਮੁਖਾਂ ਦਾ ਜੀਵਨ ਸਫਲ ਹੁੰਦਾ ਹੈ, ਕਿਵੇਂ ਗੁਰਮਤਿ ਦੇ ਦਾਇਰੇ ਵਿੱਚ ਰਹਿ ਕਰਕੇ ਸੱਚੀ ਰਾਸ ਪਾਉਣੀ ਚਾਹੀਦੀ ਹੈ। ਆਸਾ ਮਹੱਲਾ ਪਹਿਲਾ। ਪੌਣ ਉਪਾਏ ਧਰੀ ਸਭ ਧਰਤੀ। ਗਰੀਬ ਨਵਾਜ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੂੰ। ਪ੍ਰੇਮੀ ਜਨਾਂ ਨੇ ਮਹਾਰਾਜ ਅਕਾਲ ਪੁਰਖ ਪਰਮਾਤਮਾ ਉਸ ਪਰਮੇਸ਼ਰ ਨੂੰ ਵੱਡਾ ਕਿਉਂ ਕਿਹਾ ਜਾਂਦਾ ਹੈ, ਕਦੋਂ ਕਦਾ ਵੱਡਾ ਹੈ? ਤੇ ਮਹਾਰਾਜ ਕਹਿੰਦੇ ਉਹ ਧੁਰ ਤੋਂ ਹੀ ਵੱਡਾ ਹੈ। ਜਦੋਂ ਸ੍ਰਿਸ਼ਟੀ ਵੀ ਨਹੀਂ ਸੀ ਬਣੀ ਉਦੋਂ ਵੀ ਪਰਮਾਤਮਾ ਹੀ ਵੱਡਾ ਸੀ। ਜਦੋਂ ਸ੍ਰਿਸ਼ਟੀ ਦਾ ਆਕਾਰ ਬਣ ਗਿਆ ਉਦੋਂ ਵੀ ਪਰਮਾਤਮਾ ਹੀ ਵੱਡਾ ਰਿਹਾ। ਯੁੱਗਾਂ ਯੁੱਗਾਂ ਦੇ ਵਿੱਚ ਵੀ, ਸਤਯੁਗ, ਤ੍ਰੇਤਾ, ਦੁਆਪਰ, ਹੁਣ ਕਲਯੁਗ ਵਿੱਚ ਵੀ ਵੱਡਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪਰਮਾਤਮਾ ਨੇ ਹੀ ਵੱਡਾ ਹੋਣਾ ਹੈ। ਤੇ ਮਹਾਰਾਜ ਕਿਵੇਂ ਆਪ ਕਿਰਪਾ ਕਰਕੇ ਕਥਨ ਕਰੋ ਤੇ ਹਜੂਰ ਪਰਮਾਤਮਾ ਦੀ ਉਪਮਾ ਕਰਦਿਆਂ ਹੋਇਆ
ਪਰਮੇਸ਼ਰ ਦੇ ਗੁਣਾਂ ਨੂੰ, ਵਾਹਿਗੁਰੂ ਜੀ ਦੀ ਉਸਤਤ ਨੂੰ ਯਾਦ ਕਰਦਿਆਂ ਹੋਏ ਮਹਾਰਾਜ ਫਰਮਾਉਂਦੇ ਹਨ, ਪਾਉਣ ਉਪਾਏ ਧਰੀ ਸਭ ਧਰਤੀ। ਇਹ ਗੁਰਸਿੱਖੋ ਦੇਖੋ ਪ੍ਰਮਾਤਮਾ ਕਿਵੇਂ ਵੱਡਾ ਹੈ। ਕਿਉਂ ਪ੍ਰਮਾਤਮਾ ਨੂੰ ਸਭ ਤੋਂ ਵੱਡਾ ਕਿਹਾ ਜਾਂਦਾ ਹੈ? ਕਿਉਂ ਪਰਮੇਸ਼ਰ ਦੀਆਂ ਵਡਿਆਈਆਂ ਵੀ ਸੰਸਾਰ ਦੀ ਵਡਿਆਈਆਂ ਨਾਲੋਂ ਵੱਡੀਆਂ ਹਨ? ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ। ਕਿਉਂ ਵੱਡਾ ਪਰਮਾਤਮਾ? ਪਰਮੇਸ਼ਰ ਦੀਆਂ ਵਡਿਆਈਆਂ ਵੀ ਕਿਉਂ ਵੱਡੀਆਂ ਨੇ? ਕਿਉਂਕਿ ਪਰਮਾਤਮਾ ਨਾਮੁਮਕਿਨ ਨੂੰ ਮੁਮਕਿਨ ਕਰ ਦਿੰਦਾ ਹੈ। ਨਾ ਹੋਣ ਵਾਲੇ ਕਾਰਜ ਨੂੰ ਪਰਮਾਤਮਾ ਕਰਨ ਦੇ ਸਮਰੱਥ ਹੈ। ਇਸ ਕਰਕੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਪਾਉਣ ਉਪਾਏ ਧਰੀ ਸਭ ਧਰਤੀ। ਪਾਉਣ ਹਵਾ ਔਰ ਧਰਤੀ ਨੂੰ ਸਾਧ ਸੰਗਤ ਜੀ ਜਿਸ ਪ੍ਰਮਾਤਮਾ ਨੇ ਆਪਣੇ ਆਸਰੇ ਕਰਕੇ ਧਾਰਨ ਕੀਤਾ ਹੈ। ਜਲ ਅਗਨੀ ਕਾ ਬੰਦ ਕੀਆ। ਫਿਰ ਦੇਖੋ ਜਲ ਪਾਣੀ ਤੇ ਅਗਨੀ ਅੱਗ ਹੈ। ਮਹਾਰਾਜ ਕਹਿੰਦੇ ਇਹਨਾਂ ਦੇ ਤੱਤਾਂ ਦੇ ਸੁਭਾਅ ਭਾਵੇਂ ਵੱਖੋ ਵੱਖਰੇ ਨੇ, ਪਰ ਪ੍ਰਮਾਤਮਾ ਨੇ ਇੱਕੋ ਥਾਂ ਤੇ ਇਹਨਾਂ ਨੂੰ ਟਿਕਾ ਕੇ ਬੰਦ ਪਾ ਕੇ ਆਪਣੀ ਮਰਜ਼ਾਦਾ ਵਿੱਚ ਰੱਖ ਦਿੱਤਾ ਹੈ। ਇਸ ਕਰਕੇ ਪ੍ਰਮਾਤਮਾ ਵੱਡਾ ਹੈ। ਪਾਣੀ ਦਾ ਸੁਭਾਅ ਹੈ ਡੋਬਣਾ, ਅੱਗ ਦਾ ਸੁਭਾਅ ਹੈ ਸਾੜਨਾ। ਔਰ ਅੱਗ ਬਲਦੀ ਹੋਵੇ, ਪਾਣੀ ਸਾਧ ਸੰਗਤ ਜੀ ਪੈ ਜਾਵੇ, ਅੱਗ ਬੁਝ ਜਾਂਦੀ ਹੈ। ਪਰ ਇਹ ਜਿੰਨੇ ਵੀ ਸਾਡੇ ਸੰਸਾਰ ਦੇ ਅੰਦਰ ਸਰੀਰ ਹੈ ਨਾ, ਪੰਜਾਂ ਤੱਤਾਂ ਤੋਂ ਬਣੇ ਹੈ। ਅੱਗ ਵੀ ਆਉਂਦੀ ਵਿੱਚ, ਪਾਣੀ ਵੀ ਆਉਂਦਾ, ਧਰਤੀ ਮਿੱਟੀ ਵੀ ਹੈ। ਇੱਕੋ ਮਿੱਟੀ ਤੋਂ ਸਾਰੀ ਸ੍ਰਿਸ਼ਟੀ ਨੂੰ ਬਣਾਇਆ। ਆਕਾਸ਼ ਹੈ। ਸੋ ਇਸ ਪ੍ਰਕਾਰ ਪਾਉਣ ਹਵਾ, ਇਹਨਾਂ ਪੰਜਾਂ ਤੱਤਾਂ ਤੋਂ ਹੀ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ। ਤੇ ਸਾਧ ਸੰਗਤ ਜੀ ਧਰਤੀ ਦੇ ਹੇਠਾਂ ਪਾਣੀ ਹੀ ਪਾਣੀ ਹੈ। ਧਰਤੀ ਦੇ ਨਾਲੋਂ ਕਈ ਗੁਣਾ ਵੱਧ ਹੇਠਾਂ ਪਾਣੀ ਹੈ। ਪਰ ਫਿਰ ਵੀ ਦੇਖ ਲਓ ਪ੍ਰਮਾਤਮਾ ਨੇ ਐਸੀ ਮਰਜ਼ਾਦਾ ਕਾਇਮ ਕੀਤੀ ਹੈ। ਆਪਣੇ ਆਸਰੇ ਕਰਕੇ ਇਹਨੂੰ ਥੰਮ ਕੇ ਰੱਖਿਆ, ਬੰਦ ਪਾ ਕਰਕੇ ਰੱਖਿਆ ਹੋਇਆ। ਨਹੀਂ ਤੇ ਪਾਣੀ ਦਾ ਸੁਭਾਅ ਡੋਬਣਾ, ਧਰਤੀ ਨੂੰ ਡੋਬ ਸਕਦਾ ਹੈ, ਪਰ ਪਰਮੇਸ਼ਰ ਦੀ ਮਰਜ਼ਾਦਾ ਵਿੱਚ ਬੱਝਾ ਹੋਇਆ ਹੈ। ਇਸ ਕਰਕੇ ਮਹਾਰਾਜ ਹਜੂਰ ਕਹਿੰਦੇ ਨੇ ਕਿ ਪਾਉਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ। ਦੇਖ ਲਓ ਹੈ ਗੁਰਸਿੱਖੋ, ਪ੍ਰਮਾਤਮਾ ਨੇ ਪਾਣੀ ਤੇ ਅੱਗ ਨੂੰ ਇੱਕੋ ਥਾਂ ਤੇ ਇਕੱਠਿਆਂ ਕਰਕੇ ਰੱਖਿਆ। ਫਿਰ ਧਰਤੀ ਨੂੰ ਡੋਬਣ ਦੀ ਸਮਰੱਥਾ ਰੱਖਦਾ ਹੈ, ਪਰ ਫਿਰ ਵੀ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿੰਦਾ ਹੈ। ਪਰਮੇਸ਼ਰ ਨੇ ਇਸ ਨੂੰ ਬੰਨ ਕਰਕੇ ਰੱਖਿਆ ਹੈ। ਅੰਦਲੇ ਦਹਿ ਸਿਰ ਮੂੰਡ ਕਟਾਇਆ। ਫਿਰ ਅੰਦਲੇ ਭਾਵ ਕਿ ਅਗਿਆਨੀ ਰਾਵਣ ਨੇ, ਦਹਿ ਸਿਰ ਰਾਵਣ ਨੂੰ ਕਿਹਾ ਜਾਂਦਾ ਹੈ। ਕਹਿੰਦੇ ਕਿ ਆਪਣਾ ਮੂੰਹ ਭਾਵ ਸਿਰ ਕਟਾ ਲੈਣਾ ਕੀਤਾ, ਭਾਵ ਕਿ ਮੌਰ ਦੇ ਮੂੰਹ ਵਿੱਚ ਪੈਵਣਾ ਕੀਤਾ ਸੀ। ਰਾਵਣ ਮਾਰ ਕਿਆ ਵੱਡਾ ਭਇਆ। ਤੇ ਰਾਵਣ ਨੂੰ ਮਾਰ ਕਰਕੇ ਜਿਵੇਂ ਤ੍ਰੇਤੇ ਦੇ ਰਾਮਚੰਦਰ ਜੀ ਹੋਏ ਕਿ ਪ੍ਰਮਾਤਮਾ ਵੱਡਾ ਹੋ ਗਿਆ? ਨਹੀਂ, ਪਰਮੇਸ਼ਰ ਪਹਿਲਾਂ ਹੀ ਵੱਡਾ ਸੀਗਾ। ਜਿਸ ਪ੍ਰਮਾਤਮਾ ਨੇ ਨਾ ਦੇਵੀ ਸ਼ਕਤੀਆਂ ਨੂੰ ਆਪ ਪੈਦਾ ਕੀਤਾ, ਇਹ ਨਹੀਂ ਹੈ ਕਿ ਰਾਵਣ ਨੂੰ ਮਾਰ ਕੇ, ਦਹਿਸ਼ਰ ਨੂੰ ਮਾਰ ਕੇ ਤੇ ਪ੍ਰਮਾਤਮਾ ਵੱਡਾ ਹੋ ਗਿਆ। ਨਹੀਂ, ਇਹ ਗੁਰਸਿੱਖੋ, ਪ੍ਰਮਾਤਮਾ ਉਹਦੇ ਤੋਂ ਪਹਿਲਾਂ ਦਾ ਵੱਡਾ ਸੀਗਾ। ਅਕਾਲ ਪੁਰਖ ਵਾਹਿਗੁਰੂ ਸ੍ਰਿਸ਼ਟੀ ਬਣੀ ਵੀ ਨਹੀਂ ਸੀ, ਉਦੋਂ ਵੀ ਪ੍ਰਮਾਤਮਾ ਹੀ ਵੱਡਾ ਸੀ। ਤੇ ਮਹਾਰਾਜ ਕਹਿੰਦੇ ਇਹਨੂੰ ਰਾਵਣ ਨੂੰ ਮਾਰਨ ਦੇ ਨਾਲ ਕੀ ਪ੍ਰਮਾਤਮਾ ਵੱਡਾ ਹੋ ਗਿਆ? ਨਹੀਂ, ਜਾਣੋ ਕਿ ਪਹਿਲਾਂ ਹੀ ਪਰਮੇਸ਼ਰ ਵੱਡਾ ਸੀ। ਕਿਆ ਉਪਮਾ ਤੇਰੀ ਆਖੀ ਜਾਏ। हे ਪ੍ਰਮਾਤਮਾ, ਕਿਹੜੀ ਉਪਮਾ ਹੈ ਜੋ ਸਮਗਰ ਰੂਪ ਦੇ ਵੀ ਆਪ ਜੀ ਦੀ ਕਥਨ ਕੀਤੀ ਜਾ ਸਕਦੀ? ਕੋਈ ਵੀ ਨਹੀਂ ਹੈ, ਕਿਸੇ ਪੱਖੋਂ ਵੀ ਨਹੀਂ ਹੈ। ਗਿਆਨ ਕਰਕੇ, ਗੁਣਾ ਕਰਕੇ, ਉਪਮਾ ਕਰਕੇ, ਵਡਿਆਈਆਂ ਕਰਕੇ, ਮਹਾਰਾਜ ਕਹਿੰਦੇ ਕਿਸੇ ਪੱਖੋਂ ਵੀ, ਦੇਵੀ ਸ਼ਕਤੀਆਂ ਕਰਕੇ ਵੀ ਪ੍ਰਮਾਤਮਾ ਆਪ ਜੀ ਦੀ ਉਪਮਾ ਪੂਰੀ ਤਰ੍ਹਾਂ ਸਮਗਰ ਰੂਪ ਦੇ ਵਿੱਚ ਕਹੀ ਨਹੀਂ ਜਾ ਸਕਦੀ। ਤੂੰ ਸਰਬੇ ਪੂਰ ਰਹਿਆ ਲਿਵ ਲਾਈ। हे ਪ੍ਰਮਾਤਮਾ, ਸਭ ਥਾਵਾਂ ਤੇ ਤੂੰ ਸਰਬੇ ਪੂਰ ਰਹਿਆ ਲਿਵ ਲਾਏ। ਪ੍ਰਮਾਤਮਾ ਆਪ ਸਭ ਥਾਵਾਂ ਤੇ, ਸਰਬ ਥਾਵਾਂ ਤੇ ਪਰਿਪੂਰਵਕ ਹੋ ਰਹੇ ਹੋ। ਮਹਾਰਾਜ, ਅਸੀਂ ਚਿੱਤ ਬਿਰਤੀ ਨੂੰ, ਆਪਣੀ ਲਿਵ ਨੂੰ ਆਪ ਜੀ ਦੇ ਚਰਨਾਂ ਵਿੱਚ ਜੋੜ ਕਰਕੇ ਰੱਖਿਆ ਹੈ। ਅਥਵਾ ਉਹੋ ਹੀ ਬ੍ਰਹਮ ਬੇਤਾ ਵਡਭਾਗਾ ਪੁਰਖ ਪਰਮੇਸ਼ਰ ਨੂੰ ਸਰਬ ਥਾਵਾਂ ਤੇ ਦੇਖ ਸਕਦਾ ਹੈ, ਜਿਸ ਦੀ ਹਰ ਸਮੇਂ ਮਹਾਰਾਜ ਕਹਿੰਦੇ ਲਿਵ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਤੇ ਐਸੇ ਕਿੰਨੇ ਕੁ ਗਿਣਤੀ ਵਿੱਚ ਨੇ ਬੰਦਗੀ ਕਰਨ ਵਾਲੇ, ਹਰ ਸਮੇਂ ਚਿੱਤ ਬਿਰਤੀ ਨੂੰ ਜੋੜਨ ਵਾਲੇ। ਮਹਾਰਾਜ ਸਾਹਿਬ ਜੀ ਨੂੰ ਪੁੱਛ ਕਰਕੇ ਦੇਖੀਏ ਤੇ ਸਤਿਗੁਰੂ ਜੀ ਕਹਿੰਦੇ ਹਨ, ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਜੀਤ। ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਹੋਵੇਗਾ,
ਹਰ ਸਮੇਂ ਜਿਹਦੀ ਲੇਵ ਪਰਮਾਤਮਾ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ, ਜੀ ਉਪਾਏ ਜੁਗਤ ਹੱਥ ਕੀਨੀ। ਪਰਮਾਤਮਾ ਨੇ ਜੀਵਾਂ ਨੂੰ ਪੈਦਾ ਕਰਕੇ ਤੇ ਜੁਗਤ ਜਿਹੜੀ ਸ਼ਕਤੀ ਹੈ ਨਾ, ਜੀਵਾਂ ਦਾ ਬਲ ਹੈ, ਉਹ ਆਪਣੇ ਹੱਥਾਂ ਵਿੱਚ ਕਰ ਲਿਆ। ਦੇਖੋ ਕਿਉਂ ਪਰਮਾਤਮਾ ਵੱਡਾ ਹੈ। ਮਹਾਰਾਜ ਸਾਹਿਬ ਜੀ ਨੇ ਬਾਰ-ਬਾਰ ਇਹ ਸ਼ਬਦ ਦੇ ਅੰਦਰ ਪਰਮਾਤਮਾ ਦੀ ਵਡਿਆਈ ਕਥਨ ਕੀਤੀ ਹੈ, ਕਿਵੇਂ ਪਰਮਾਤਮਾ ਵੱਡਾ ਹੈ। ਜੀ ਉਪਾਏ ਜੁਗਤ ਹੱਥ ਕੀਨੇ, ਜੀਵਾਂ ਨੂੰ ਪੈਦਾ ਕਰਕੇ ਤੇ ਉਹਨਾਂ ਦੀ ਜੁਗਤੀ ਜਿਹੜਾ ਬਲ ਹੈ, ਉਹਨਾਂ ਦੀ ਸ਼ਕਤੀ ਹੈ, ਚਾਹੇ ਤਨ ਦੀ ਹੈ ਚਾਹੇ ਮਨ ਦੀ, ਉਹ ਆਪਣੇ ਹੱਥਾਂ ਵਿੱਚ ਕਰ ਲਈ ਹੈ। ਕਾਲੀ ਨਾਥ ਕਿਆ ਵੱਡਾ ਭਇਆ। ਤੇ ਕਾਲੀ ਨੂੰ ਨੱਥ ਕੇ ਭਾਵ ਕੇ ਕਾਲੀ ਨੱਥ ਜਿਹੜਾ ਨਾਗ ਸੀ ਬੜਾ ਭਿਆਨਕ। ਸਾਧ ਸੰਗਤ ਜੀ, ਜੋ ਜਮਨਾ ਦੇ ਵਿੱਚ ਗੋਕਲ ਦੇ ਸਭ ਜੀਵਾਂ ਨੂੰ ਮਾਰੀ ਜਾ ਰਿਹਾ ਸੀ, ਸਾਰੇ ਜ਼ਹਿਰ ਫੈਲਾ ਦਿੱਤਾ ਸੀਗਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਕਿ ਉਹ ਕਾਲੀ ਨੱਥ ਨੂੰ ਦੁਆਪਰ ਯੁੱਗ ਦੇ ਅਵਤਾਰ ਕ੍ਰਿਸ਼ਨ ਭਗਵਾਨ ਜੀ ਨੇ ਨੱਥ ਕਰਕੇ ਉਹਦੇ ਫਨ ਨੂੰ ਮਸਲ ਕੇ ਤੇ ਮਹਾਰਾਜ ਕਹਿੰਦੇ ਉਹਨੂੰ ਉਤੋਂ ਹਟਾ ਕੇ ਦੱਖਣ ਦੀ ਦਿਸ਼ਾ ਵੱਲ ਭੇਜ ਕੇ ਕਿ ਪਰਮਾਤਮਾ ਵੱਡਾ ਹੋ ਗਿਆ? ਨਹੀਂ, ਪਰਮੇਸ਼ਰ ਪਹਿਲਾਂ ਹੀ ਵੱਡਾ ਸੀਗਾ, ਕਿਉਂਕਿ ਜਮਨਾ ਦੇ ਵਿੱਚ ਬੜਾ ਜ਼ਹਿਰ ਫੈਲਾ ਦਿੱਤਾ ਸੀ। ਕਾਲੀ ਨੱਥ ਬੜਾ ਭਿਆਨਕ ਨਾਗ ਸੀ, ਜਿਹਦੇ ਬਾਬਤ ਕ੍ਰਿਸ਼ਨ ਭਗਵਾਨ ਜੀ ਦੀ ਕਥਾ ਦੇ ਵਿੱਚ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ ਕਿ ਜਿੰਨੇ ਵੀ ਉੱਥੋਂ ਦੇ ਗੋਕਲ ਦੇ ਜਮਨਾ ਦੇ ਕਿਨਾਰੇ ਰਹਿਣ ਵਾਲੇ ਪਸ਼ੂ ਪੰਛੀ ਮਨੁੱਖ ਸਨ, ਜਿਹੜਾ ਵੀ ਕੋਈ ਪਾਣੀ ਪੀਂਦਾ ਸੀ ਉਹਦੀ ਮੌਤ ਹੋਈ ਜਾਂਦੀ ਸੀ। ਤੇ ਫਿਰ ਰੁੱਖ ਦੇ ਉੱਪਰ ਚੜ੍ਹ ਕੇ ਇਸ ਨਾਗ ਦੇ ਫਣ ਦੇ ਉੱਪਰ ਕ੍ਰਿਸ਼ਨ ਭਗਵਾਨ ਜੀ ਨੇ ਉੱਪਰ ਨਾਚ ਕੀਤਾ ਸੀ। ਇਹਦੀ ਫਣ ਨੂੰ ਸਾਧ ਸੰਗਤ ਜੀ ਫਣਾਂ ਨੂੰ ਹੀ ਮਾਰ ਦਿੱਤਾ, ਫੇਂ ਦਿੱਤਾ ਸੀਗਾ ਬਾਰ-ਬਾਰ ਉੱਪਰ ਨਾਚ ਕਰ ਕਰਕੇ। ਤੇ ਫਿਰ ਕਹਿਣ ਲੱਗਾ, ਮਹਾਰਾਜ ਮੈਂ ਕਿੱਥੇ ਜਾਵਾਂ? ਮਹਾਰਾਜ ਮੈਂ ਕਿਸ ਦਿਸ਼ਾ ਵੱਲ ਜਾਵਣਾ ਕਰਾਂ? ਕਹਿੰਦੇ ਤੂੰ ਦੱਖਣ ਦੀ ਦਿਸ਼ਾ ਵੱਲ ਚਲਾ ਜਾ। ਤੇ ਕਹਿਣ ਲੱਗੇ ਕਿ ਮਹਾਰਾਜ ਉੱਥੇ ਗਰੜ ਦਾ ਹਰ ਸਮੇਂ ਖਤਰਾ ਰਹਿੰਦਾ ਹੈ। ਕਹਿੰਦੇ ਸਾਡੇ ਚਰਨ ਛੋਹ ਤੇਰੀ ਫਨ ਨੂੰ ਪ੍ਰਾਪਤ ਹੋਈ ਹੈ, ਗਰੜ ਵੀ ਤੈਨੂੰ ਨਮਸਕਾਰ ਕਰੇਗਾ। ਸੋ ਇਸ ਪ੍ਰਕਾਰ ਲੰਬੀ ਸਾਖੀ ਹੈ। ਤੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਉਚਾਰਨ ਕਰ ਰਹੇ ਹੈ ਕਿ ਜੇਕਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਜੀਉ ਪਾਏ ਜੁਗਤ ਹੱਥ ਕੀਨੀ, ਸਾਰਿਆਂ ਦੀ ਜੁਗਤੀ ਸਭ ਜੀਵਾਂ ਦਾ ਬਲ ਆਪਣੇ ਹੱਥਾਂ ਵਿੱਚ ਕੀਤਾ। ਤੇ ਕਾਲੀ ਨੱਥ ਕਿਆ ਵੱਡਾ ਭਇਆ, ਕਿ ਕਾਲੀ ਨੱਥ ਨੂੰ ਨੱਥ ਕੇ ਭਾਵ ਜਿਹੜਾ ਨਾਗ ਸੀਗਾ ਉਹਨੂੰ ਨੱਥ ਕੇ ਮਹਾਰਾਜ ਕਹਿੰਦੇ ਉਹਦਾ ਬਲ ਜਿਹੜਾ ਸੀ ਛੀਨ ਕੇ ਖੋਹ ਕਰਕੇ ਕਿ ਪਰਮਾਤਮਾ ਵੱਡਾ ਹੋ ਗਿਆ। ਨਹੀਂ ਗੁਰਸਿੱਖੋ, ਪਰਮੇਸ਼ਰ ਪਹਿਲਾਂ ਹੀ ਵੱਡਾ ਸੀ। ਕਿਸ ਤੂੰ ਪੁਰਖ ਜੋਰ ਕੌਣ ਕਹੀਐ। ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਕਿਸ ਨੂੰ ਪੁਰਖ ਤੇ ਜੋਰੂ ਇਸਤਰੀ ਕਿਸ ਨੂੰ ਕਿਹਾ ਜਾ ਸਕਦਾ ਹੈ? ਕੌਣ ਪੁਰਖ ਹੈ ਤੇ ਕੌਣ ਸੰਸਾਰ ਦੇ ਅੰਦਰ ਨਾਰ ਹੈ? ਸਰਬ ਨਿਰੰਤਰ ਰਵ ਰਹਿਆ। ਕਿ ਪ੍ਰਮਾਤਮਾ ਪੁਰਖਾਂ ਵਿੱਚ ਵੀ ਤੂੰ ਰਵ ਰਿਹਾ ਹੈ, ਔਰ ਜੋਰੂ ਇਸਤਰੀਆਂ ਨਾਰੀਆਂ ਦੇ ਵਿੱਚ ਭਾਵ ਮਨੁੱਖਾਂ ਔਰ ਨਾਰੀਆਂ ਸਭ ਦੇ ਅੰਦਰ ਪਰਮੇਸ਼ਰ ਆਪ ਜੀ ਦੀ ਹੀ ਜੋਤ ਹੈ। ਸਭ ਦੇ ਅੰਦਰ ਆਪ ਹੀ ਮਹਾਰਾਜ ਵਰਤ ਰਹੇ ਹੋ। ਨਾਲ ਕੁਟੰਬ ਸਾਥ ਵਰਦਾਤਾ। ਫਿਰ ਮਹਾਰਾਜ ਆਪ ਜੀ ਸਭ ਪਰਿਵਾਰ ਦੇ ਪਰਿਵਾਰਾਂ ਸਭ ਜੀਵਾਂ ਦੇ ਅੰਦਰ ਵਰਦਾਤਾ। ਸ਼੍ਰੋਮਣੀ ਮਹਾਰਾਜ ਵਰ ਦੇਣ ਵਾਲੇ, ਵਰਦਾਨ ਦੇ ਦਾਤੇ ਪਰਮੇਸ਼ਰ ਆਪ ਹੀ ਵਰਤ ਰਹੇ ਹੋ। ਫਿਰ ਸਰੀਰ ਰੂਪੀ ਸਾਧ ਸੰਗਤ ਜੀ ਪਰਿਵਾਰ ਹੈ, ਜਿਹਦੇ ਵਿੱਚ ਇੰਦਰੀਆਂ ਰੂਪ ਇਹ ਸਾਰਾ ਪਰਿਵਾਰ ਹੈ। ਸਰੀਰ ਦੇ ਅੰਦਰ ਮਹਾਰਾਜ ਕਹਿੰਦੇ ਇੰਦਰੀਆਂ ਰੂਪੀ ਸਰੀਰ ਦੇ ਪਰਿਵਾਰ ਵਿੱਚ ਵੀ ਪਰਮੇਸ਼ਰ ਆਪ ਹੀ ਵਰਤ ਰਹੇ ਹੋ। ਬ੍ਰਹਮਾ ਪਾਲਣ ਸ੍ਰਿਸ਼ਟ ਗਿਆ। ਤੇ ਦੇਖ ਲਓ ਸਾਧ ਸੰਗਤ ਜੀ, ਬ੍ਰਹਮਾ ਜੀ ਦੀ ਬਾਬਤ ਵੀ ਜ਼ਿਕਰ ਆਉਂਦਾ ਨਾ, ਮਨ ਵਿੱਚ ਹੰਕਾਰ ਪੈਦਾ ਹੋ ਗਿਆ ਸੀ। ਬਗਦਾਲ ਬ੍ਰਿਖੀ ਦੀ ਸਾਖੀ ਆਉਂਦੀ ਹੈ ਕਿ ਮਨ ਵਿੱਚ ਹੰਕਾਰ ਸੀਗਾ। ਜਿਵੇਂ ਬਗਦਾਲ ਬ੍ਰਿਖੀ ਦੇ ਮਨ ਵਿੱਚ ਵੀ ਹੰਕਾਰ ਆ ਗਿਆ ਸੀ ਕਿ ਇਹਦੇ ਵਰਗੇ ਬ੍ਰਹਮੇ ਤਾਂ ਕਈ ਮਨ ਮੁੱਕ ਗਏ, ਮੇਰੀ ਤਾਂ ਉਮਰ ਹੀ ਬੜੀ ਲੰਬੀ ਹੈ। ਬਹੁਤ ਲੰਬੇਰੀ ਉਮਰ ਵਾਲਾ ਹੋਇਆ ਬਗਦਾਲ ਬ੍ਰਿਖੀ। ਤੇ ਜੰਗਲ ਦੇ ਵਿੱਚ ਬੈਠਿਆ ਹੋਇਆ ਇੱਕ ਦੂਜੇ ਨੂੰ ਨਮਸਕਾਰ ਕਿਸੇ ਨੇ ਵੀ ਨਾ ਕੀਤੀ ਹੰਕਾਰ ਕਰਕੇ। ਤੇ ਪ੍ਰਮਾਤਮਾ ਨੇ ਐਸੀ ਮਾਇਆ ਦੀ ਹਵਾ ਚਲਾਈ ਤੇ ਸਾਧ ਸੰਗਤ ਜੀ ਦੋਨੋਂ ਹੀ ਉੱਡਦੇ ਹੋਏ ਐਸੇ ਬ੍ਰਹਮਾਂਡ ਦੇ ਵਿੱਚ ਚਲੇ ਗਏ ਜਿੱਥੇ 4 ਦੀ ਥਾਂ 8 ਮੂੰਹ ਵਾਲਾ ਜੋ ਬ੍ਰਹਮਾ ਉੱਥੇ ਨਜ਼ਰ ਆਇਆ। ਉਹਨੇ ਵੀ ਦੇਖ ਕਰਕੇ ਹੰਕਾਰ ਕੀਤਾ ਕਿ ਇਹ ਤਾਂ 4 ਮੂੰਹਾਂ ਵਾਲਾ ਬ੍ਰਹਮਾ, ਮੇਰੇ ਤਾਂ 8 ਮੂੰਹ ਹੈ।
ਤੇ ਅੱਗੋਂ ਉਹਨੇ ਵੀ ਨਮਸਕਾਰ ਨਾ ਕੀਤੀ। ਐਸੀ ਫਿਰ ਮਾਇਆ ਦੀ ਪ੍ਰਮਾਤਮਾ ਨੇ ਹਵਾ ਚਲਾਈ। ਉਹ 16 ਮੂੰਹ ਵਾਲੇ ਅੱਗੇ ਜਿੱਥੇ ਬ੍ਰਹਮਾਂਡ ਸੀ ਨਾ, 16 ਮੂੰਹ ਵਾਲਾ ਬ੍ਰਹਮਾ ਉੱਥੇ ਚਲੇ ਗਏ। ਅੱਗੋਂ ਉਹਨੇ ਵੀ ਹੰਕਾਰ ਕੀਤਾ। ਫਿਰ ਅੱਗੇ 32, ਫਿਰ 64, ਭਾਵ ਕਿ 1000 ਮੂੰਹ ਵਾਲਾ ਜਦੋਂ ਬ੍ਰਹਮਾਂਡ ਦੇ ਵਿੱਚ ਗਏ ਨੇ ਉੱਡਦੇ ਹੋਏ, ਤੇ ਉੱਥੇ ਫਿਰ ਉਹ ਬੜਾ ਨਿਮਰਤਾਵਾਨ ਹੋ ਕਰਕੇ ਅੱਗੋਂ ਆਓ ਭਗਤ ਕੀਤੀ। ਤੇ ਕਹਿਣ ਲੱਗੇ ਤੁਸੀਂ ਇੰਨੇ ਬ੍ਰਹਮਿਆਂ ਦੀ ਪਾਲ ਬਣਾ ਕਰਕੇ ਇੱਥੇ ਆ ਰਹੇ ਹੋ, ਕੀ ਕਾਰਨ ਹੈ? ਤੇ ਸਾਧ ਸੰਗਤ ਜੀ ਹਵਾ ਤੇਜ਼ੀ ਦੇ ਨਾਲ ਝੁਲਸੇ ਹੋਏ ਸਨ, ਮੂੰਹ ਵੀ ਬੱਗੇ ਹੋਏ, ਸਾਰਿਆਂ ਦੇ ਫਿੱਕੇ ਪੈ ਗਏ ਸਨ। ਤੇ ਬੜੇ ਪਿਆਰ ਦੇ ਨਾਲ ਨਮਸਕਾਰ ਕੀਤੀ, ਪਰ ਆਪਣੀ ਹਾਲਤ ਦੱਸੀ ਕਿ ਸਾਡੇ ਮਨ ਵਿੱਚ ਹੰਕਾਰ ਆ ਗਿਆ ਸੀ। ਤੇ 1000 ਮੂੰਹ ਵਾਲੇ ਬ੍ਰਹਮੇ ਨੇ ਕਿਹਾ ਸੀ, ਕਹਿਣ ਲੱਗੇ ਕਿ ਤੁਸੀਂ ਹੰਕਾਰ ਕਾਹਦਾ ਕਰਦੇ ਹੋ? ਮੇਰੇ ਵਰਗੇ ਪਰਮਾਤਮਾ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਕਰੋੜਾਂ ਪਰਮਾਤਮਾ ਦੇ ਰੋਮ ਰੋਮ ਦੇ ਵਿੱਚ ਬ੍ਰਹਮਾਂਡ ਤੇ ਬ੍ਰਹਮੇ ਰਚਨ ਵਾਲੇ ਬ੍ਰਹਮੇ ਵਸਦੇ ਆ, ਤੁਸੀਂ ਕਾਹਦਾ ਹੰਕਾਰ ਕਰਦੇ ਪਏ ਹੋ? ਨਿਮਰਤਾਵਾਨ ਹੋ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ। ਨਿਮਰਤਾਵਾਨ ਹੋਏ, ਫਿਰ ਆਪੋ ਆਪਣੀ ਜਗ੍ਹਾ ਤੇ ਆਏ ਸਨ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਬ੍ਰਹਮਾ ਭਾਲਣ ਸ੍ਰਿਸ਼ਟ ਗਿਆ, ਕਿ ਬ੍ਰਹਮਾ ਵੀ ਕਹਿੰਦੇ ਸ੍ਰਿਸ਼ਟੀ ਨੂੰ ਭਾਲਣ ਵਾਸਤੇ ਗਿਆ। ਹੰਕਾਰ ਦਾ ਨਸ਼ਾ ਆ ਚੜ ਗਿਆ ਸੀ ਹੰਕਾਰ ਦੇ ਕਰਕੇ, ਕਿ ਮੈਂ ਹੀ ਬ੍ਰਹਮ ਹਾਂ, ਮੇਰੇ ਨਾਲੋਂ ਕੋਈ ਵੱਡਾ ਹੋਰ ਨਹੀਂ ਹੈ, ਮੈਂ ਹੀ ਸ੍ਰਿਸ਼ਟੀ ਦੀ ਘਾੜਤ ਘੜਦਾ ਹਾਂ। ਆਗੈ ਅੰਤ ਨਾ ਪਾਇਓ ਤਾ ਕਾ। ਤੇ ਅੱਗੇ ਕਿਤੇ ਅੰਤ ਥੋੜਾ ਪਾਇਆ ਗਿਆ, ਅੱਗੇ ਤੋਂ ਅੱਗੇ ਵਧਦੇ ਗਏ ਸਨ। ਔਰ ਅੱਗੇ ਹੋ ਕਰਕੇ ਅਥਵਾ ਪਰਮੇਸ਼ਰ ਦਾ ਵੀ ਕਿਸੇ ਨੇ ਅੰਤ ਨਹੀਂ ਪਾਵਨਾ ਕੀਤਾ। ਕੰਸ ਛੇਦ ਕਿਆ ਵੱਡਾ ਭਇਆ। ਔਰ ਆਗੇ ਅੰਤ ਨਾ ਪਾਇਓ ਤਾਕਾ। ਸਾਧ ਸੰਗਤ ਜੀ, ਜਦੋਂ ਬ੍ਰਹਮਾ ਦਾ ਜਨਮ ਹੋਇਆ ਨਾ, ਵਿਸ਼ਨੂੰ ਜੀ ਦੀ ਨਾਭੀ ਦੇ ਵਿੱਚੋਂ ਕਮਲ ਦਾ ਫੁੱਲ ਪੈਦਾ ਹੋਇਆ, ਉਹਦੇ ਤੋਂ ਬ੍ਰਹਮਾ ਦਾ ਜਨਮ ਹੋਇਆ ਸੀ। ਹੰਕਾਰ ਕੀਤਾ ਕਿ ਮੈਂ ਸਵੰਭੂ, ਮੈਨੂੰ ਕੋਈ ਪੈਦਾ ਕਰਨ ਵਾਲਾ ਨਹੀਂ। ਆਕਾਸ਼ ਬਾਣੀ ਹੋਈ ਸੀ, ਬ੍ਰਹਮਾ ਤੈਨੂੰ ਕਮਲ ਨੇ ਪੈਦਾ ਕੀਤਾ, ਇਹਦੇ ਵਿੱਚੋਂ ਤੇਰਾ ਜਨਮ ਹੋਇਆ। ਪਰ ਹੰਕਾਰ ਦੇ ਨਸ਼ੇ ਵਿੱਚ ਬਾਰ-ਬਾਰ ਕਮਲ ਦੀ ਨਾਲੀ ਨੂੰ ਲੱਤਾਂ ਮਾਰੀਆਂ, ਆਖਰਕਾਰ ਵਿੱਚ ਹੀ ਚਲਾ ਗਿਆ ਸੀ। ਤੇ ਮਹਾਰਾਜ ਸਾਹਿਬ ਜੀ ਦੇ ਬਚਨ ਆਉਂਦੇ ਆ ਨਾ ਕਿ 36 ਯੁਗ ਕੀਓ ਗੁਬਾਰੈ, ਤਾੜੀ ਲਾਈ ਸਿਰਜਨਹਾਰੈ। ਧੁੰਦੂਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। 18 ਯੁਗ ਇਸੇ ਤਰ੍ਹਾਂ ਹੀ ਬਤੀਤ ਹੋ ਗਏ ਸਨ। ਕਮਲ ਦੀ ਨਾਲੀ ਦਾ ਅੰਤ ਹੀ ਨਹੀਂ ਸੀ ਬ੍ਰਹਮਾ ਜੀ ਤੋਂ ਪਾਇਆ ਗਿਆ। ਫਿਰ ਆਖਰਕਾਰ ਟਹਿ ਕੇ ਨਿਮਰਤਾਵਾਨ ਹੋ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੋਦੜੀ ਕੀਤੀ, ਮਹਾਰਾਜ ਮੇਰੇ ਤੋਂ ਇਸ ਨਾਲੀ ਦਾ ਹੀ ਨਹੀਂ ਅੰਤ ਪੈਂਦਾ ਪਿਆ, ਮਹਾਰਾਜ ਮੈਂ ਆਪ ਦਾ ਅੰਤ ਕਿਵੇਂ ਪਾਉਣਾ, ਕਿਰਪਾ ਕਰੋ। ਤੇ ਫਿਰ ਵੀ ਪ੍ਰਮਾਤਮਾ ਨੇ ਦਇਆ ਕੀਤੀ, ਕਿਉਂਕਿ ਜੇ ਤਾਂ ਉੱਪਰ ਚੜ੍ਹਨਾ ਹੋਵੇ ਤੇ ਸਮਾਂ ਜ਼ਿਆਦਾ ਲੱਗਦਾ। ਪਰਮੇਸ਼ਰ ਨੇ ਫਿਰ ਵੀ ਦਇਆ ਦੇ ਘਰ ਵਿੱਚ ਆ ਕੇ ਐਸਾ ਬਲ ਬਖਸ਼ਿਆ ਕਿ 18 ਯੁੱਗਾਂ ਦੇ ਵਿੱਚ ਹੀ ਬਾਹਰ ਆ ਕਰਕੇ ਤਪ ਕਰਨ ਦਾ ਪ੍ਰਮਾਤਮਾ ਨੇ ਉਪਦੇਸ਼ ਦਿੱਤਾ ਕਿ ਬ੍ਰਹਮਾ ਤਪ ਕਰ, ਤਪ ਕਰ, ਤਪ ਕਰ। ਜਦੋਂ ਐਸਾ ਆਕਾਸ਼ ਬਾਣੀ ਕੰਨਾਂ ਦੇ ਨਾਲ ਸੁਣੀ, ਲੰਬੇਰਾ ਸਮਾਂ ਤਪ ਕੀਤਾ, ਤੇ ਫਿਰ ਸਾਧ ਸੰਗਤ ਜੀ ਸ੍ਰਿਸ਼ਟੀ ਦੀ ਘਾੜਤ ਜੀਵਾਂ ਨੂੰ ਪੈਦਾ ਕਰਨ ਦੀ, ਜੀਵਾਂ ਦੀ ਬਣਤਰ ਬਣਾਉਣੇ ਦੀ ਪ੍ਰਮਾਤਮਾ ਤੋਂ ਸ਼ਕਤੀ ਪ੍ਰਾਪਤ ਹੋਈ ਸੀ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਗੇ ਅੰਤ ਨਾ ਪਾਇਓ ਤਾਕਾ। ਦੇਖ ਲਓ, ਭਾਵੇਂ ਬ੍ਰਹਮਾ ਜੀ ਨੇ ਵੀ ਹੰਕਾਰ ਕੀਤਾ ਸੀ, ਫਿਰ ਵੀ ਅੰਤ ਨਹੀਂ ਪਾਇਆ ਗਿਆ। ਐਸੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਕਤੀ ਹੈ। ਕੰਸ ਛੇਦ ਕਿਆ ਵੱਡਾ ਭਇਆ। ਤੇ ਗੁਰਸਿੱਖੋ, ਕੰਸ ਨੂੰ ਮਾਰ ਕਰਕੇ, ਛੇਦ ਭਾਵ ਕੇ ਛੇਦ ਕੇ ਮਾਰ ਕੇ ਆਪਣੇ ਅਧੀਨ ਕਰਕੇ ਕੀ ਪ੍ਰਮਾਤਮਾ ਵੱਡਾ ਹੋ ਗਿਆ? ਜਿਵੇਂ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਜੀ ਨੇ, ਸਾਧ ਸੰਗਤ ਜੀ ਕਹਿੰਦੇ ਕਿ ਅਕਾਲ ਪੁਰਖ ਪ੍ਰਮਾਤਮਾ ਨੇ ਐਸੀ ਵਿਧੀ ਵਿਧਾਨ ਬਣਾਵਣਾ ਕੀਤਾ ਸੀਗਾ। ਕੰਸ ਦਾ ਜਿਹੜਾ ਸੰਘਾਰ ਕੀਤਾ, ਤੇ ਕੀ ਪ੍ਰਮਾਤਮਾ ਵੱਡਾ ਹੋ ਗਿਆ? ਨਹੀਂ, ਪਰਮੇਸ਼ਰ ਪਹਿਲਾਂ ਤੋਂ ਵੱਡਾ ਸੀਗਾ। ਪ੍ਰਮਾਤਮਾ ਪਹਿਲਾਂ ਤੋਂ ਵੱਡਾ ਸੀ, ਜਦੋਂ ਸ੍ਰਿਸ਼ਟੀ ਦਾ ਆਕਾਰ ਵੀ ਨਹੀਂ ਸੀ ਬਣਿਆ। ਰਤਨ ਉਪਾਏ ਧਰੇ ਖੀਰ ਮਥਿਆ। ਜਿਵੇਂ ਸਾਧ ਸੰਗਤ ਜੀ ਸਮੁੰਦਰ ਨੂੰ ਮਥਿਆ, ਮਥਨ ਕੀਤਾ ਸੀ, ਰੜਕਿਆ ਸੀ ਦੈਂਤਾਂ ਤੇ ਦੇਵਤਿਆਂ ਨੇ ਮਿਲ ਕੇ। ਮਹਾਰਾਜ ਸਾਹਿਬ ਜੀ ਕਹਿੰਦੇ ਹਨ 14 ਰਤਨ ਇਹਦੇ ਵਿੱਚੋਂ ਪੈਦਾ ਹੋਏ ਸਨ। ਔਰ ਇਸ ਪ੍ਰਕਾਰ ਕਹਿੰਦੇ ਜਦੋਂ ਸਮੁੰਦਰ ਨੂੰ ਖੀਰ ਰਿੜਕਣਾ ਕੀਤਾ ਸੀ। ਹੋਰ ਭਖ ਲਾਏ ਜੇ ਅਸੀਂ ਕੀਆ। ਹੋਰ ਕੌਣ ਸੀ ਸੰਸਾਰ ਦੇ ਅੰਦਰ? ਇਹ ਪ੍ਰਮਾਤਮਾ ਨੇ ਆਪ ਹੀ ਵਿਧੀ ਵਿਧਾਨ ਬਣਾਇਆ।
ਦੇਵਤਿਆਂ ਤੇ ਦੈਂਤਾਂ ਦੇ ਵਿੱਚ ਆਪੋ ਵਿੱਚ ਮਿਲਾਪ ਕਰਾ ਕੇ ਉਹਨਾਂ ਨੂੰ ਮਿਲ ਕੇ ਰਿੜਕਣਾ ਕੀਤਾ ਸੀਗਾ। ਤੇ ਮਹਾਰਾਜ ਹਜੂਰ ਕਹਿੰਦੇ ਹੋਰ ਕਿਸੇ ਵਿੱਚ ਕੀ ਬਲ ਸੀਗਾ। ਕਹੈ ਨਾਨਕ ਛਪੈ ਕਿਉ ਛਪਿਆ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ ਪਰਮਾਤਮਾ ਨੂੰ ਕਿਵੇਂ ਕੋਈ ਛਪਾਇਆ ਭਾਵ ਕੇ ਰੱਖ ਸਕਦਾ ਹੈ? ਜੇ ਕੋਈ ਛਪਾਉਣ ਦਾ ਯਤਨ ਵੀ ਕਰੇ ਕਿ ਪਰਮਾਤਮਾ ਮੇਰੇ ਨਾਲੋਂ ਵੱਡਾ ਹੈ ਤੇ ਨਹੀਂ ਛਪਾ ਕੇ ਰੱਖ ਸਕਦਾ। ਆਖਰਕਾਰ ਉਹ ਜ਼ਾਹਰ ਹੋ ਹੀ ਜਾਵੇਗਾ, ਆਖਰਕਾਰ ਉਹ ਪਰਮੇਸ਼ਰ ਪ੍ਰਗਟ ਹੋ ਹੀ ਜਾਵੇਗਾ ਕਿ ਪਰਮਾਤਮਾ ਸਭ ਤੋਂ ਵੱਡਾ ਹੈ। ਪਹਿਲਾਂ ਵੀ ਵੱਡਾ ਸੀ, ਹੁਣ ਵੀ ਵੱਡਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਵੱਡਾ ਹੀ ਹੋਵੇਗਾ। ਆਖਰਕਾਰ ਕਹਿਣਾ ਪਵੇਗਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ, ਕਹੈ ਨਾਨਕ ਛਪੈ ਕਿਉਂ ਛਪਿਆ। ਕਹਿੰਦੇ ਕਿਵੇਂ ਕੋਈ ਪ੍ਰਮਾਤਮਾ ਨੂੰ ਛੁਪਾ ਕੇ ਰੱਖ ਸਕਦਾ ਹੈ? ਕਿਸੇ ਵਿੱਚ ਐਨੀ ਸਮਰੱਥਾ ਨਹੀਂ ਹੈ। ਏਕੀ ਏਕੀ ਵੰਡ ਦੀਆ। ਜਦੋਂ ਸਾਧ ਸੰਗਤ ਜੀ 14 ਰਤਨ ਨਿਕਲੇ ਸੀ ਨਾ ਸਮੁੰਦਰ ਦਾ ਮਥਨ ਕਰਨੇ ਤੇ, ਫਿਰ ਦੇਵਤਿਆਂ ਤੇ ਦੈਂਤਾਂ ਵਿੱਚ ਝਗੜਾ ਹੋਣ ਲੱਗ ਪਿਆ ਸੀ। ਤੇ ਫਿਰ ਕਹਿੰਦੇ ਪਰਮਾਤਮਾ ਨੇ ਐਸੇ ਵਿਧੀ ਵਿਧਾਨ ਬਣਾਇਆ। ਸਾਧ ਸੰਗਤ ਜੀ ਜਿਹੜਾ ਮੋਹਣੀ ਅਵਤਾਰ ਧਾਰਨ ਕੀਤਾ, ਮੋਹਣੀ ਅਵਤਾਰ ਧਾਰਨ ਕਰਕੇ ਤੇ 14 ਰਤਨ ਜਿਹੜੇ ਸਨ ਦੇਵਤਿਆਂ ਤੇ ਦੈਂਤਾਂ ਵਿੱਚ ਵੰਡ ਦਿੱਤੇ ਸੀ। ਸ਼ਰਾਬ ਦੈਂਤਾਂ ਨੂੰ ਦੇ ਦਿੱਤੀ ਸੀ। ਔਰ ਇਸ ਪ੍ਰਕਾਰ ਜਿਹੜੇ ਕੁਝ ਦੇਵਤੇ ਸਨ ਉਹਨਾਂ ਨੂੰ ਵੀ ਸਾਧ ਸੰਗਤ ਜੀ ਵਿੱਚੋਂ ਰਤਨ ਵੰਡ ਦੇਣਾ ਕੀਤੇ ਸੀ। ਜਿਹੜੀ ਜ਼ਹਿਰ ਸੀ ਉਹ ਸ਼ਿਵ ਜੀ ਨੂੰ ਦੇ ਦਿੱਤੀ ਸੀ, ਉਹਨੇ ਆਪਣੇ ਕੰਠ ਦੇ ਵਿੱਚ ਧਾਰਨ ਕਰ ਲਈ ਸੀ, ਜਿਸ ਤੋਂ ਨਾਮ ਨੀਲਕੰਠ ਪਿਆ ਸੀਗਾ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਇੱਕ ਹੀ ਵੰਡਦੀ ਆ, ਇੱਕ ਕਰਕੇ ਸਭ ਦੇ ਵਿੱਚ ਵੰਡ ਦਿੱਤੇ। ਇਹਨੂੰ ਕਿਵੇਂ ਕੋਈ ਸੰਸਾਰ ਦੇ ਅੰਦਰ ਛੁਪਾ ਸਕਦਾ ਹੈ? ਜ਼ਾਹਰ ਹੈ, ਜਗ ਜਾਣਦਾ ਹੈ। ਫਿਰ ਪ੍ਰਮਾਤਮਾ ਨੂੰ ਵੱਡਾ ਇਹ ਕਿਉਂ ਕੋਈ ਛੁਪਾ ਕੇ ਰੱਖ ਸਕਦਾ? ਕਿਸੇ ਵੀ ਸਮਰੱਥਾ ਨਹੀਂ ਹੈ। ਉਹ ਵੱਡਾ ਸੀ, ਵੱਡਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਵੱਡਾ ਹੋਵੇਗਾ। ਐਸੀ ਮਹਾਨ ਪ੍ਰਮਾਤਮਾ ਜੀ ਦੀ ਉਪਮਾ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਲਿਖੈ ਕਤਹਿ ਨਾ ਛੂਟੀਐ, ਖਿਨ ਖਿਨ ਭੁੱਲਨ ਹਾਰ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਰਤਨ ਉਪਾਏ ਧਰੇ ਖੀਰ ਮਥਿਆ। ਹੋਰ ਭਖ ਲਾਏ ਜੇ ਅਸੀਂ ਕੀਆ। ਕਹੈ ਨਾਨਕ ਛਪੈ ਕਿਉ ਛਪਿਆ। ਏਕੀ ਏਕੀ ਵੰਡ ਦੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।